ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਪੰਜਾਬ ਨਾਮੇ ਤੁਹਾਡਾ ਸਵਾਗਤ ਤੇ ਮੈਂ ਹਾਂ ਮਦਨਦੀਪ। ਅਸੀਂ ਰੋਜ਼ਾਨਾ ਗੱਲਾਂ ਕਰਦੇ ਹਾਂ ਰਾਜਨੀਤੀ ਦੀ ਇਸ ਪ੍ਰੋਗਰਾਮ ਦੇ ਤਹਿਤ, ਪਰ ਵਿੱਚ ਦੀ ਮੈਂ ਇਹ ਚਾਹੁੰਦਾ ਕਿ ਬਹੁਤ ਜਿਹੜੀਆਂ ਸੰਜੀਦਾ ਗੱਲਾਂ ਜੀਵਨ ਦੀਆਂ ਹੋਰ ਨੇ ਉਹਨਾਂ ਦੇ ਵੀ ਰੂਬਰੂ ਕਰਾਇਆ ਜਾਵੇ। ਜਿਵੇਂ ਮੈਂ ਵਿੱਚ ਜਿਹੜੇ ਸਾਡੇ ਵੱਡੇ ਲੇਖਕ ਨੇ, ਵੱਡੇ ਨਾਂ ਨੇ, ਅਸੀਂ ਉਹਨਾਂ ਨੂੰ ਵੀ ਇੱਕ ਵਾਰ ਬੁਲਾਉਂਦੇ ਹਾਂ ਸਟੂਡੀਓ 'ਚ, ਔਰ ਉਹਨਾਂ ਤੋਂ ਅਸੀਂ ਕੁਝ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਲੈਣੀਆਂ ਚਾਹੁੰਦੇ ਹਾਂ ਜਿਹੜੀਆਂ ਜੀਵਨ ਲਈ ਬਹੁਤ ਮਹੱਤਵਪੂਰਨ ਨੇ। ਅੱਜ ਸਾਡੇ ਨਾਲ ਜਿਹੜੀ ਸ਼ਖਸੀਅਤ ਨੇ, ਮੈਂ ਉਹਨਾਂ ਦਾ ਤੁਹਾਡੇ ਨਾਲ ਤਾਰਫ ਕਰਾਉਣਾ, ਔਰ ਤੁਸੀਂ ਹੈਰਾਨ ਰਹਿ ਜਾਓਗੇ ਕਿ ਉਹਨਾਂ ਨੇ ਪੰਜਾਬੀ ਸਾਹਿਤ ਦੇ ਵਿੱਚ ਕਿੰਨਾ ਵੱਡਮੁੱਲਾ ਕੰਮ ਕੀਤਾ ਹੈ, ਕਿੰਨਾ ਜ਼ਿਆਦਾ ਕੰਮ ਕੀਤਾ ਹੋਇਆ ਹੈ। ਡਾਕਟਰ ਸਰਬਜੀਤ ਕੌਰ ਸੋਹਲ ਨੇ। ਡਾਕਟਰ ਸਰਬਜੀਤ ਸੋਹਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ। ਸਭ ਤੋਂ ਪਹਿਲਾਂ ਡਾਕਟਰ ਸਰਬਜੀਤ ਕੌਰ ਸੋਹਲ ਪ੍ਰਧਾਨ ਨੇ ਪੰਜਾਬ ਸਾਹਿਤ ਅਕੈਡਮੀ ਦੇ। ਇਹ ਦੂਜੀ ਵਾਰ ਪ੍ਰਧਾਨ ਬਣੇ ਹੈ, ਪਹਿਲਾਂ ਵੀ ਇਹ 4 ਸਾਲ ਪ੍ਰਧਾਨ ਰਹੇ ਆ, ਹੁਣ ਦੂਸਰੀ ਵਾਰ ਫਿਰ ਇਹਨਾਂ ਨੂੰ ਇੱਕ ਵਾਰ ਫਿਰ ਨਿਯੁਕਤੀ ਦਿੱਤੀ ਗਈ ਹੈ, ਕਿਉਂਕਿ ਇਹਨਾਂ ਨੇ ਜਿਹੜੇ ਪੰਜਾਬ ਸਾਹਿਤ ਅਕੈਡਮੀ ਦੇ ਜਿਹੜਾ ਕੰਮ ਕੀਤਾ ਹੈ ਉਹਨੂੰ ਦੇਖਦਿਆਂ ਇਹੀ ਬਿਹਤਰ ਸਮਝਿਆ ਗਿਆ ਕਿ ਇਹਨਾਂ ਨੂੰ ਹੋਰ ਅੱਗੇ ਤੋਰਿਆ ਜਾਵੇ, ਇਸ ਕੰਮ ਨੂੰ ਹੋਰ ਅੱਗੇ ਤੋਰਨ ਇਹ। ਔਰ ਇਹਨਾਂ ਦੇ ਜਿਹੜੇ ਕਿਤਾਬਾਂ ਦਾ ਕੰਮ ਹੈ, 25 ਕਿਤਾਬਾਂ ਲਿਖੀਆਂ ਇਹਨਾਂ ਨੇ ਵੱਖ-ਵੱਖ ਸਿਨਫਾਂ ਦੇ ਵਿੱਚ, ਜਿਵੇਂ 3 ਆਲੋਚਨਾ ਦੀਆਂ ਕਿਤਾਬਾਂ ਹੈ, ਔਰ 7 ਕਵਿਤਾਵਾਂ ਦੀਆਂ ਕਿਤਾਬਾਂ ਹੈ, 5 ਸੰਪਾਦਿਤ ਕੀਤੀਆਂ ਹੋਈਆਂ ਕਿਤਾਬਾਂ, 9 ਅਨੁਵਾਦ ਕੀਤੀਆਂ ਹੋਈਆਂ ਕਿਤਾਬਾਂ, 1 ਕਹਾਣੀ ਸੰਗ੍ਰਹਿ। ਆਪਣੇ ਆਪ 'ਚ ਇਹ ਬਹੁਤ ਵੱਡਾ ਕੰਮ ਹੈ, ਇਹ ਕੋਈ ਛੋਟਾ ਕੰਮ ਨਹੀਂ ਹੈ। ਔਰ 25 ਕਿਤਾਬਾਂ ਲਿਖਣੀਆਂ। ਇਸ ਤੋਂ ਇਲਾਵਾ ਕੇਂਦਰੀ ਪੰਜਾਬੀ ਲੇਖ ਸਭਾ ਦੇ ਪ੍ਰਧਾਨ ਨੇ। ਇਸ ਤੋਂ ਇਲਾਵਾ ਵੀ ਇਹ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਮੈਂਬਰ ਹੈਗੇ ਆ, ਮਹੱਤਵਪੂਰਨ ਸੰਸਥਾਵਾਂ ਦੇ ਵਿੱਚ ਕਈ ਥਾਵਾਂ 'ਤੇ ਬਹੁਤ ਖਾਸ ਅਹੁਦੇ ਉੱਤੇ ਨਿਯੁਕਤ ਨੇ। ਇਹ ਸਾਰੀਆਂ ਨਿਯੁਕਤੀਆਂ, ਇਹ ਸਾਰਾ ਜਿਹੜਾ ਇਹਨਾਂ ਦਾ ਕਾਰਜ ਹੈ, ਇਹਦੇ 'ਤੇ ਵੀ ਗੱਲ ਕਰਾਂਗੇ। ਔਰ ਗੱਲ ਕਰਾਂਗੇ ਪੰਜਾਬ ਦੇ ਅੰਦਰ ਜਿਹੜਾ ਕਈ ਵਾਰ ਇਹ ਖਦਸ਼ਾ ਪ੍ਰਗਟਾਇਆ ਜਾਂਦਾ ਹੈ ਪੰਜਾਬੀ ਭਾਸ਼ਾ ਨੂੰ ਲੈ ਕੇ। ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਸਾਰੀਆਂ ਗੜਬੜੀਆਂ ਹੋ ਰਹੀਆਂ, ਪੰਜਾਬੀ ਭਾਸ਼ਾ ਦੇ ਵਿੱਚ ਇੱਕ ਵਿਗਾੜ ਪੈਦਾ ਕੀਤਾ ਜਾ ਰਿਹਾ। ਸਾਰੀਆਂ ਗੱਲਾਂ ਕਰਾਂਗੇ। ਡਾਕਟਰ ਸਰਬਜੀਤ ਕੌਰ ਸੋਹਲ, ਮੈਂ ਸਭ ਤੋਂ ਪਹਿਲਾਂ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ, ਇਹੀ ਗੱਲ ਕਰਨੀ ਚਾਹਾਂਗਾ ਕਿ ਜਿਹੜੀਆਂ ਇਹ ਤੁਸੀਂ ਜ਼ਿੰਮੇਵਾਰੀਆਂ ਲਈਆਂ ਹੋਈਆਂ, ਖਾਸ ਕਰਕੇ ਪੰਜਾਬ ਸਾਹਿਤ ਅਕੈਡਮੀ ਦਾ ਪ੍ਰਧਾਨ ਬਣਨਾ, 4 ਸਾਲ, ਔਰ ਅਗਲੇ 4 ਸਾਲ ਫਿਰ ਤੁਹਾਡੀ ਨਿਯੁਕਤੀ ਹੋਣੀ, ਤੁਹਾਨੂੰ ਇਹ ਦੁਬਾਰਾ ਨਿਯੁਕਤੀ ਦਾ ਕਿਉਂ ਮੌਕਾ ਦਿੱਤਾ ਗਿਆ ਹੈ? ਪ੍ਰੋਗਰਾਮ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੁੜ ਨਿਯੁਕਤੀ ਦਾ ਮੌਕਾ ਕਿਉਂ ਮਿਲਿਆ? ਮੈਨੂੰ ਲੱਗਦਾ ਕਿ ਰੱਬ ਦੀਆਂ ਦੁਆਵਾਂ ਤੇ ਦੋਸਤਾਂ ਦੀਆਂ ਜਿਹੜੀਆਂ ਸ਼ੁਭ ਇੱਛਾਵਾਂ ਨੇ ਉਹ ਵੀ ਨੇ, ਤੇ ਮੈਨੂੰ ਕਿਤੇ ਨਾ ਕਿਤੇ ਇਹ ਵੀ ਲੱਗਦਾ ਕਿ ਮੈਂ ਆਪਣੇ ਵੱਲੋਂ ਬੜੀ ਸੁਹਿਰਦਤਾ ਨਾਲ ਕੰਮ ਕੀਤਾ ਕਿ ਅਸੀਂ ਪੰਜਾਬ ਸਾਹਿਤ ਅਕੈਡਮੀ, ਜਿਸ ਦਾ ਨਾਮ ਅਕਸਰ ਚੰਡੀਗੜ੍ਹ ਦੇ ਦਾਇਰਿਆਂ ਜਾਂ ਪਟਿਆਲੇ ਤੱਕ ਸੀਗਾ, ਉਸ ਨੂੰ ਅਸੀਂ ਪੰਜਾਬ ਦੇ ਪਿੰਡਾਂ ਤੱਕ ਲੈ ਕੇ ਗਏ। ਔਰ ਇਹਦੇ 'ਚ ਨੌਜਵਾਨ ਵੀ ਸ਼ਾਮਲ ਹੋਏ, ਇਹਦੇ 'ਚ ਬੱਚੇ ਵੀ ਸ਼ਾਮਲ ਹੋਏ। ਤੇ ਚਲੋ ਜਿਹੜੇ ਲੇਖਕ ਹੁੰਦੇ ਨੇ, ਜਿਹੜੇ ਆਪਣੇ ਆਪ ਦੇ ਵਿੱਚ ਸਥਾਪਿਤ ਲੇਖਕ ਨੇ, ਉਹਨਾਂ ਨੂੰ ਤੇ ਥਾਂ ਮਿਲਦੀ ਹੀ ਮਿਲਦੀ ਹੈ, ਪਰ ਜਦੋਂ ਬੱਚੇ ਤੁਹਾਡੇ ਨਾਲ ਜੁੜਦੇ ਨੇ, ਨੌਜਵਾਨ ਜੁੜਦੇ ਨੇ, ਔਰ ਤੁਸੀਂ ਪਿੰਡਾਂ ਦੇ ਵਿੱਚ ਆਮ ਲੋਕਾਂ ਦੀ ਧਿਰ ਬਣਦੇ ਹੋ, ਜੜ੍ਹਾਂ ਨੂੰ ਨਮਸਕਾਰਨ ਜਾਣਦੇ ਹੋ, ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਇਹੀ ਵਜ੍ਹਾ ਹੈ ਕਿ ਪੰਜਾਬ ਸਰਕਾਰ ਨੇ ਮੁੜ ਤੋਂ ਸੇਵਾ ਕਰਨ ਦਾ ਮੌਕਾ ਦਿੱਤਾ ਹੈ। ਜਿਹੜੀ ਤੁਸੀਂ ਇਹ ਗੱਲ ਕਹੀ ਹੈ ਕਿ ਪੰਜਾਬ ਸਾਹਿਤ ਅਕੈਡਮੀ ਜਿਹਦਾ ਮੁੱਖ ਦਫ਼ਤਰ ਜਿਹੜਾ ਹੈ ਚੰਡੀਗੜ੍ਹ ਦੇ ਵਿੱਚ ਹੈ, ਜਿਵੇਂ ਪੰਜਾਬ ਸਰਕਾਰ ਦਾ ਚੰਡੀਗੜ੍ਹ 'ਚ ਹੈ ਜੀ, ਔਰ ਤੁਸੀਂ ਇਹਨੂੰ ਪਿੰਡ ਲੈ ਕੇ ਗਏ। ਪਿੰਡਾਂ ਦੇ ਵਿੱਚ ਤੁਸੀਂ ਕੀ ਕਾਰਜ ਕੀਤੇ ਆ ਪੰਜਾਬ ਸਾਹਿਤ ਅਕੈਡਮੀ ਦੇ? ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਜੇਕਰ ਅਸੀਂ ਕਹੀਏ ਕਿ ਮਾਨਸਾ ਦੇ ਵਿੱਚ ਇੱਕ ਪਿੰਡ ਹੈ ਬੋੜਾਵਾਲ, ਉੱਥੇ ਕਾਲਜ ਹੈ, ਤੇ ਉਸ ਕਾਲਜ ਦੇ ਵਿੱਚ ਅਸੀਂ ਉਸ ਕਾਲਜ ਦੇ ਉਸ ਖਿੱਤੇ ਦੇ ਵਿਦਿਆਰਥੀਆਂ ਦੇ ਨਾਲ, ਉਹਨਾਂ ਦੇ ਬੱਚਿਆਂ ਦੇ ਨਾਲ, ਨੌਜਵਾਨਾਂ ਦੇ ਨਾਲ, ਲੇਖਕਾਂ ਦੇ ਨਾਲ ਜੁੜੇ ਹਾਂ। ਉੱਥੇ ਸੈਮੀਨਾਰ ਕਰਵਾਏ, ਕਵੀ ਦਰਬਾਰ ਕਰਵਾਏ, ਨਾਟਕ ਕਰਵਾਏ, ਇੱਥੋਂ ਤੱਕ ਕਿ ਬੱਚਿਆਂ ਦੀਆਂ ਵਰਕਸ਼ਾਪ ਕਰਵਾਈਆਂ। ਇਸ ਕਾਲਜ ਦੇ ਵਿੱਚ ਸਾਨੂੰ ਕਾਫੀ ਉਹਨਾਂ ਨੇ ਸਾਨੂੰ ਸਹਿਯੋਗ ਦਿੰਦੇ ਨੇ, ਔਰ ਉੱਥੇ ਅਸੀਂ ਹੋਸਟਲ ਹੈਗਾ ਤੇ ਬੱਚਿਆਂ ਦੀ ਵਰਕਸ਼ਾਪ ਉੱਥੇ। ਉਹ ਵਾਲੇ ਬੱਚੇ ਜਿਹੜੇ ਕੋਈ 5ਵੀਂ ਦੇ ਵਿੱਚ ਪੜ੍ਹਦੇ ਆ, ਕੋਈ 7ਵੀਂ 'ਚ ਪੜ੍ਹਦਾ, ਤਾਂ ਉਹ ਬੱਚੇ ਕਵਿਤਾ ਲਿਖਦੇ ਨੇ, ਕਿਤਾਬਾਂ ਉਹਨਾਂ ਦੀਆਂ ਛਪ ਰਹੀਆਂ ਨੇ। ਉਹਨਾਂ ਬੱਚਿਆਂ ਨੂੰ ਹੋਰ ਚੰਗਾ ਕਿਵੇਂ ਲਿਖਣਾ, ਉਹਨਾਂ ਦੀਆਂ ਸਾਹਿਤਕ ਰੁਚੀਆਂ ਨੂੰ ਹੋਰ ਤੇਜ਼ ਧਾਰ ਕਰਨ ਦੇ ਲਈ ਜਿਹੜੇ ਇਹ ਵਰਕਸ਼ਾਪ ਲਗਵਾਏ ਸੀ, ਜਿਹਦੇ 'ਚ ਵੱਖ-ਵੱਖ ਵਿਦਵਾਨਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ, ਔਰ ਉਸ ਤੋਂ ਬਾਅਦ ਫਿਰ ਅੰਧਰੇਟੇ ਵਰਕਸ਼ਾਪ ਵੀ ਲੱਗਾ। ਸੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਇਸ ਤਰ੍ਹਾਂ ਅਸੀਂ ਵੱਖ-ਵੱਖ ਪਿੰਡਾਂ, ਜਿਵੇਂ ਬੁਢਲਾਡਾ ਹੋ ਗਿਆ, ਮਾਨਸਾ ਹੋ ਗਿਆ, ਸੰਗਰੂਰ,
ਫਿਰ ਫਰੀਦਕੋਟ, ਫਿਰੋਜ਼ਪੁਰ, ਇੱਧਰ ਸਾਰੀਆਂ ਥਾਵਾਂ ਦੇ ਉੱਤੇ, ਮੋਗਾ ਹੋ ਗਿਆ, ਔਰ ਇੱਧਰ ਹੁਸ਼ਿਆਰਪੁਰ, ਬਟਾਲਾ, ਇਹਨਾਂ ਸਾਰੀਆਂ ਥਾਵਾਂ ਤੇ ਅਕਾਦਮੀ ਨੇ ਬਹੁਤ ਸਾਰੇ ਪ੍ਰੋਗਰਾਮ ਕਰਵਾਏ। ਯਾਨੀ ਕਿ ਸਿਹਤ ਨਾਲ ਜੋੜਨ ਦਾ ਉਪਰਾਲਾ ਤੁਸੀਂ ਜਿਹੜਾ ਹੈਗਾ ਉਹਦਾ ਜ਼ਿਕਰ ਕਰ ਰਹੇ ਹੋ, ਪਿੰਡਾਂ ਨੂੰ ਲੈ ਕੇ ਜਿਹੜਾ ਖਾਸ ਕਰਕੇ। ਆਮ ਤੌਰ ਤੇ ਪਿੱਛੇ ਜੇ ਮੈਂ ਚਰਚਾ ਵੀ ਸੁਣੀ ਸੀ ਕਿ ਪੰਜਾਬ ਸਾਹਿਤ ਅਕੈਡਮੀ ਪਿੰਡਾਂ ਦੇ ਵਿੱਚ ਕੁਝ ਲਾਇਬ੍ਰੇਰੀਜ਼ ਸਥਾਪਿਤ ਕਰਨ ਬਾਰੇ ਵੀ ਸਰਗਰਮ ਸੀ। ਕੋਈ ਇਸ ਤਰ੍ਹਾਂ ਦਾ ਵੀ ਤੁਸੀਂ ਕੀਤਾ ਕਾਰਜ? ਪਹਿਲਾਂ ਸੀ, ਜਦੋਂ ਸਾਡੇ ਤੋਂ ਪਹਿਲਾਂ ਵਾਲੀ ਟੀਮ ਸੀਗੀ ਉਸ ਵੇਲੇ ਕੋਈ ਫੰਡਸ ਇਦਾਂ ਦੇ ਸੀ, ਉਹਨਾਂ ਦੀਆਂ ਪਾਲਿਸੀਜ਼ ਸੀਗੀਆਂ ਕਿ ਪਿੰਡਾਂ ਦੇ ਵਿੱਚ ਲਾਇਬ੍ਰੇਰੀ ਖੋਲ੍ਹੀ ਜਾਂਦੀ ਸੀ, ਉਹਦੇ ਲਈ ਸਥਾਨ ਸਾਨੂੰ ਪਿੰਡ ਵਾਲੇ ਦਿੰਦੇ ਸੀ ਤੇ ਅਸੀਂ ਪੁਸਤਕਾਂ ਉਹਨਾਂ ਨੂੰ ਮੁਹੱਈਆ ਕਰਵਾਉਂਦੇ ਸੀ। ਤੇ ਹੁਣ ਪਿਛਲੀ ਟਰਮ ਦੇ ਵਿੱਚ ਤਾਂ ਇਦਾਂ ਦੀ ਕੋਈ ਗੱਲ ਨਹੀਂ, ਬਾਕੀ ਗੱਲ ਹੁੰਦੀ ਹੈ ਡਿਪੈਂਡ ਕਰਦੀ ਕਿ ਗ੍ਰਾਂਟ ਤੇ, ਜੇਕਰ ਹੁਣ ਵੀ ਗ੍ਰਾਂਟ ਆਉਂਦੀ ਹੈ, ਚੰਗੀ ਗ੍ਰਾਂਟ ਆਉਂਦੀ ਹੈ ਤਾਂ ਜ਼ਰੂਰ ਇਹ ਉਪਰਾਲਾ ਕੀਤਾ ਜਾਏਗਾ। ਪਰ ਹੁਣ ਵੈਸੇ ਵੀ ਪਿੰਡਾਂ ਵਾਲੇ ਬੱਚੇ, ਨੌਜਵਾਨ ਬਹੁਤ ਸਰਗਰਮ ਨੇ, ਪਿੰਡਾਂ 'ਚ ਲਾਇਬ੍ਰੇਰੀਆਂ ਹੁਣ ਹੈਗੀਆਂ, ਸੋ ਉੱਥੇ ਕਿਤਾਬਾਂ ਵੀ ਦਿੱਤੀਆਂ ਜਾ ਸਕਦੀਆਂ। ਜੇ ਤੁਸੀਂ ਮੈਨੂੰ ਇਹ ਦੱਸ ਸਕੋ ਕਿ ਜਿਹੜਾ ਪੰਜਾਬ ਸਾਹਿਤ ਅਕੈਡਮੀ ਹੈ ਇਹ ਪੰਜਾਬ ਸਰਕਾਰ ਲਈ ਕਿੰਨਾ ਕੁ ਗੰਭੀਰ ਅਦਾਰਾ ਹੈ? ਮੈਂ ਇਸ ਕਰਕੇ ਪੁੱਛ ਰਿਹਾ ਕਿ ਇਸ ਅਦਾਰੇ ਦੇ ਰਾਹੀਂ ਕਾਫੀ ਕੁਝ ਕੀਤਾ ਜਾ ਸਕਦਾ ਹੈ, ਪਿੰਡਾਂ ਤੱਕ ਸਾਹਿਤ ਪਹੁੰਚਾਇਆ ਜਾ ਸਕਦਾ, ਪਿੰਡਾਂ ਦੇ ਸਕੂਲਾਂ ਤੱਕ ਪਹੁੰਚਾਇਆ ਜਾ ਸਕਦਾ ਹੈ, ਇੱਕ ਸਾਹਿਤਕ ਸੱਭਿਆਚਾਰ ਪੈਦਾ ਕੀਤਾ ਜਾ ਸਕਦਾ ਹੈ ਪਿੰਡਾਂ ਦੇ ਵਿੱਚ। ਕੀ ਪੰਜਾਬ ਸਰਕਾਰ ਇਸ ਅਦਾਰੇ ਨੂੰ ਇਸ ਰੂਪ 'ਚ ਵਰਤ ਰਹੀ ਹੈ? ਕਾਫੀ ਹੱਦ ਤੱਕ ਕਹਿ ਸਕਦੇ ਹਾਂ, ਕਿਉਂਕਿ ਪਿੱਛੇ ਤਾਂ ਕਾਫੀ ਗ੍ਰਾਂਟ ਵੀ ਮਿਲੀ ਸੀਗੀ ਤੇ ਉਸ ਗ੍ਰਾਂਟ ਦਾ ਜਿਹੜੀ ਵਰਤੋਂ ਆ ਕੁਦਰਤੀ ਆ ਕਿ ਉਹ ਤੁਸੀਂ ਸਾਹਿਤ ਦੇ ਲਈ ਜਾਂ ਹੋਰ ਨਾਟਕ ਦੇ ਲਈ ਜਾਂ ਲਲਿਤ ਕਲਾਵਾਂ ਦੇ ਲਈ ਉਹਦੀ ਵਰਤੋਂ ਹੋਈ ਆ। ਸੋ ਮੈਨੂੰ ਲੱਗਦਾ ਹੈ ਕਿ ਜੇਕਰ ਇਹਦੇ 'ਚ ਹੋਰ ਆਪਾਂ ਇਸ ਨੂੰ ਹੋਰ ਵਧੇਰੇ, ਕਿਉਂਕਿ ਇਹਦੀ ਪਹੁੰਚ ਬਹੁਤ ਆ, ਮਤਲਬ ਇਹਦੀ ਪਹੁੰਚ ਦੂਰ ਦਰੇਡੇ ਤੱਕ ਹੈ, ਪੰਜਾਬ ਦੇ ਪਿੰਡਾਂ ਤਾਈਂ, ਇੰਟੀਰੀਅਰ ਤੱਕ ਹੈ। ਬਿਲਕੁਲ ਜੀ ਜੀ ਜੀ। ਤੇ ਉਹ ਫਿਰ ਜਦੋਂ ਮਤਲਬ ਪਹਿਲਾਂ ਵੈਸੇ ਮੈਂ ਇਸ ਗੱਲ ਦਾ ਮੈਨੂੰ ਮਾਣ ਆ ਕਿ ਇਸ ਤੋਂ ਪਹਿਲਾਂ ਪੰਜਾਬ ਸਾਹਿਤ ਅਕੈਡਮੀ ਨੂੰ ਜਾਣਦੇ ਨਹੀਂ ਸੀ ਲੋਕ, ਇੰਨਾ ਹੀ ਜਾਣਦੇ ਸੀ ਵੀ ਲੁਧਿਆਣੇ ਕੋਈ ਅਕੈਡਮੀ ਹੈ ਜਾਂ ਦਿੱਲੀ ਵਾਲੀ ਅਕੈਡਮੀ ਆ। ਸੋ ਹੁਣ ਮੈਨੂੰ ਇਸ ਗੱਲ ਦਾ ਮਾਣ ਆ ਕਿ ਲੋਕ ਜਾਣਦੇ ਨੇ ਕਿ ਪੰਜਾਬ ਸਾਹਿਤ ਅਕੈਡਮੀ ਆ, ਸਰਕਾਰ ਵੱਲੋਂ ਇਸ ਨੂੰ ਫੰਡਸ ਮੁਹੱਈਆ ਹੁੰਦੇ ਨੇ ਔਰ ਇਹ ਕੰਮ ਕਰ ਰਹੀ ਆ। ਇਹਦੇ ਬਾਰੇ ਅਸੀਂ ਇੱਕ ਨਿਊਜ਼ ਲੈਟਰ ਵੀ ਛਾਪਿਆ ਸੀ ਪਿਛਲਾ ਸਾਰੇ 4 ਸਾਲਾਂ ਦੇ ਪ੍ਰੋਗਰਾਮ ਦਾ, ਉਹਦੇ 'ਚ ਤਕਰੀਬਨ ਸਾਡੇ ਸਾਰੇ ਪ੍ਰੋਗਰਾਮ ਜਿਹੜੇ ਅਸੀਂ ਕਰਵਾਏ ਆ ਉਹਨਾਂ ਦਾ ਬਿਊਰਾ ਹੈਗਾ। ਤੇ ਉਮੀਦ ਆ ਕਿ ਹੁਣ ਇਹ ਜਿਹੜੀ ਅਗਲੀ ਟਰਮ ਆ ਇਹਦੇ 'ਚ ਅਸੀਂ ਹੋਰ ਵੱਧ ਚੜ੍ਹ ਕੇ ਕੰਮ ਕਰਾਂਗੇ। ਜਿਹੜੀਆਂ ਕਿਤੇ ਸਾਡੇ ਤੋਂ ਰਹਿ ਗਈ ਕੰਮ ਹੋਣ ਵਾਲੇ, ਜਿਵੇਂ ਡਾਕੂਮੈਂਟਰੀਜ਼ ਬਣਾਉਣੀਆਂ ਮਹਾਨ ਲੇਖਕਾਂ ਦੀਆਂ, ਕਈ ਇਸੇ ਤਰ੍ਹਾਂ ਤੁਰ ਜਾਂਦੇ, ਜਿਵੇਂ ਤਾਰਨ ਗੁਜਰਾਲ ਜੀ ਤੁਰ ਗਏ, ਸਾਨੂੰ ਸੀਗਾ ਕਿ ਅਸੀਂ ਅਜੇ ਹੋਰ ਕੰਮ ਕਰਾਂਗੇ। ਸੋ ਸ਼੍ਰੀ ਰਾਮ ਅਰਸ਼ ਜੀ ਬਿਮਾਰ ਚੱਲ ਰਹੇ ਨੇ, ਉਹਨਾਂ ਤੇ ਡਾਕੂਮੈਂਟਰੀ। ਸੋ ਇਦਾਂ ਕਰਕੇ ਬਹੁਤ ਸਾਰੇ ਕੰਮ ਨੇ ਜਿਹੜੇ ਕਰਨ ਵਾਲੇ ਨੇ। ਸੋ ਮੈਨੂੰ ਲੱਗਦਾ ਹੈ ਕਿ ਇਸ ਵਾਰੀ ਦੀ ਟੀਮ ਅਸੀਂ ਇਸ ਤਰ੍ਹਾਂ ਦੀ ਚੁਣੀ ਹੈਗੀ ਆ ਜਿਹੜੀ ਬਹੁਤ ਸਾਰਾ ਜਿਹੜਾ ਅੱਡ ਥਾਵਾਂ ਤੇ ਵੀ ਕੰਮ ਕਰ ਲੇਗੀ। ਮਤਲਬ ਉਹਨੂੰ ਅਸੀਂ ਥਾਂ ਤੇ ਵੰਡ ਦਾਂਗੇ ਪ੍ਰੋਗਰਾਮ, ਮਤਲਬ ਇੱਥੇ 2 ਪ੍ਰੋਗਰਾਮ, ਉੱਥੇ 2 ਪ੍ਰੋਗਰਾਮ, ਉੱਥੇ 2 ਪ੍ਰੋਗਰਾਮ। ਸੋ ਕਹਿਣ ਦਾ ਭਾਵ ਇਹ ਹੈ ਕਿ ਵੰਡ ਕੇ ਅਸੀਂ ਬਹੁਤ ਸਾਰਾ ਜ਼ਿਆਦਾ ਕੰਮ ਕਰਨ ਦੇ ਕਾਬਿਲ ਹੋ ਸਕਾਂਗੇ। ਇੱਕ ਪੰਜਾਬ ਸਾਹਿਤ ਅਕੈਡਮੀ ਦੀ ਮੈਂ ਜਿਹੜੀ ਜੇ ਹਦੂਦ ਦੀ ਗੱਲ ਕਰਾਂ ਤਾਂ ਕਾਫੀ ਸੀਮਤ ਰਹੀ ਹੈ, ਜਿਵੇਂ ਤੁਸੀਂ ਆਪ ਵੀ ਜ਼ਿਕਰ ਕਰ ਰਹੇ ਹੋ। ਹਾਲੇ ਵੀ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਹਾਂ, ਜਿਹਦੇ ਵਿੱਚ ਤੁਸੀਂ ਜਿਹੜੀਆਂ ਲਲਿਤ ਕਲਾਵਾਂ ਦੀ ਗੱਲ ਕਰ ਰਹੇ ਹੋ ਜਾਂ ਵਰਕਸ਼ਾਪਸ ਦੀ ਗੱਲ ਕਰ ਰਹੇ ਹੋ, ਇਹਦੇ ਵਿੱਚ ਇਹਨੂੰ ਤੁਸੀਂ ਕਦੇ ਹੋਰ ਵਿਸਥਾਰ ਦੇਣ ਦੇ ਵਾਸਤੇ ਪੰਜਾਬ ਸਰਕਾਰ ਤੱਕ ਕਦੇ ਤੁਸੀਂ ਇਸ ਤਰ੍ਹਾਂ ਦਾ ਏਜੰਡਾ ਤਿਆਰ ਕਰਕੇ ਦਿੱਤਾ ਹੈ ਕਿ ਪੰਜਾਬ ਸਾਹਿਤ ਅਕੈਡਮੀ ਦਾ ਇਹ ਕੰਮ ਹੋਣਾ ਚਾਹੀਦਾ ਹੈ, ਜਿਹੜਾ ਕਿ ਅਸੀਂ ਕਰਨ ਦੇ ਵਿੱਚ ਹਾਲੇ ਸਮਰੱਥਾ ਸਾਡੀ ਨਹੀਂ ਹੈ? ਪੰਜਾਬ ਸਰਕਾਰ ਤੱਕ ਸਾਡੀ ਪਹੁੰਚ ਜਿਹੜੀ ਹੈਗੀ ਆ ਕਲਾ ਪ੍ਰੀਸ਼ਦ ਦੇ ਚੇਅਰਮੈਨ ਰਾਹੀਂ ਹੀ ਹੋ ਸਕਦੀ ਹੈ। ਤੇ ਚੇਅਰਮੈਨ ਪਾਤਰ ਸਾਹਿਬ ਨੇ, ਔਰ ਪਾਤਰ ਸਾਹਿਬ ਤਾਂ ਬਹੁਤ ਕੁਝ ਕਰਨ ਦੇ ਸਮਰੱਥ ਨੇ। ਜੀ 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 ਜੀ। ਸੋ ਅਸੀਂ ਉਹਨਾਂ ਤੱਕ ਇਹੋ ਜਿਹੇ ਪ੍ਰੋਗਰਾਮ ਜਿਹੜੇ ਨੇ ਉਹ ਦੱਸਦੇ ਹਾਂ, ਪਰ ਜੀ ਧਿਆਨ 'ਚ ਲਿਆਉਂਦੇ ਹਾਂ, ਪਰ ਅੱਗੋਂ ਡਿਪੈਂਡ ਕਰਦਾ ਵੀ ਕਿੰਨੇ ਕੁ ਪ੍ਰੋਗਰਾਮ ਜਾਂ ਕਿੰਨੇ ਕੁ ਫੰਡਸ ਜਿਹੜੇ ਨੇ ਉਹ ਮਿਲਦੇ ਨੇ। ਵੈਸੇ ਇਹ ਤਾਂ ਸਵਾਲ ਜਿਹੜਾ ਹੈ ਸੁਰਜੀਤ ਪਾਤਰ ਹੋਣਾ ਨੂੰ ਹੀ ਸਿੱਧੇ ਰੂਪ 'ਚ ਪੁੱਛਿਆ ਜਾ ਸਕਦਾ ਹੈ ਕਿ ਸੁਰਜੀਤ ਪਾਤਰ ਹੋਣਾ ਦੀ ਨਿਯੁਕਤੀ ਦੇ ਨਾਲ ਪੰਜਾਬ ਸਾਹਿਤ ਅਕੈਡਮੀ ਵਿੱਚ ਕਿੰਨਾ ਕੁ ਫਰਕ ਪਿਆ ਆ। ਪਰ ਫਿਰ ਵੀ ਕਿਉਂਕਿ ਤੁਸੀਂ ਉਹਨਾਂ ਦੀ ਬੜੇ ਮਹੱਤਵਪੂਰਨ ਸਹਿਯੋਗੀ ਟੀਮ ਦੇ ਵਿੱਚੋਂ ਇੱਕ ਹੋ, ਤੁਸੀਂ ਪ੍ਰਧਾਨ ਹੋ ਇੱਕ ਹਿੱਸੇ ਦੇ, ਜੇ ਤੁਹਾਡੇ ਨਾਲ ਇਹ ਗੱਲ ਕੀਤੀ ਜਾਏ, ਤੁਹਾਡੇ ਤੋਂ ਪੁੱਛਿਆ ਜਾਏ ਕਿ ਤੁਹਾਡੀ ਨਿਯੁਕਤੀ
ਤੁਹਾਡੀ ਵੀ ਆਪਣੇ ਆਪ 'ਚ ਨਿਯੁਕਤੀ ਬਹੁਤ ਇੱਕ ਤੁਸੀਂ ਵੀ ਵੱਡੀ ਪਰਸਨੈਲਿਟੀ ਹੋ ਪੰਜਾਬੀ ਸਾਹਿਤ ਦੇ। ਨਾਲ ਹੀ ਸੁਰਜੀਤ ਪਾਤਰ ਹੋਣਾ ਦੀ ਜਿਹੜੀ ਨਿਯੁਕਤੀ ਹੈ ਪਿਛਲੇ 4 ਸਾਲ ਹੋ ਰਹੇ ਆ, ਐਤਕਾ ਫਿਰ ਉਹਨਾਂ ਦੀ ਨਿਯੁਕਤੀ ਹੋ ਗਈ ਹੈ। ਇਹਦੇ ਨਾਲ ਜਿਹੜੀ ਪੰਜਾਬ ਸਾਹਿਤ ਅਕੈਡਮੀ ਹੈ ਇਹਦਾ ਕਲਚਰ ਦੇ ਵਿੱਚ ਕਿੰਨਾ ਕੁ ਫਰਕ ਤੁਹਾਨੂੰ ਮਹਿਸੂਸ ਹੋਇਆ ਪਿਛਲੇ ਸਮੇਂ ਨਾਲੋਂ ਅਜੋਕੇ ਸਮੇਂ ਦੇ ਵਿੱਚ? ਪਹਿਲਾਂ ਇੱਕ ਤਾਂ ਇਹੋ ਹੀ ਆ ਕਿ ਇਹਦੀ ਪਹੁੰਚ ਜਿਹੜੀ ਸੀ ਉਹ ਸੀਮਿਤ ਸੀ। ਲੋਕਲ ਬੰਦੇ ਆਪਣੇ ਅਨੁਸਾਰ ਹੀ ਪ੍ਰੋਗਰਾਮ ਕਰਦੇ ਸੀ, ਤੇ ਸਭ ਤੋਂ ਵੱਡੀ ਗੱਲ ਜਿਹੜੀ ਉਹ ਇਹ ਹੁੰਦੀ ਸੀ ਕਿ ਹਰ ਬੰਦਾ ਜਿਹੜਾ, ਕਿਉਂਕਿ ਇਹਦੇ 'ਚ ਤੁਸੀਂ ਪ੍ਰੋਗਰਾਮ ਕਰਨ ਦੇ ਲਈ ਤਾਂ ਤੁਹਾਡੇ ਕੋਲੇ ਜਿਹੜੇ ਬਜਟ ਹੈ, ਪਰ ਉਹ ਵੀ ਬਹੁਤ ਸੀਮਿਤ ਹੁੰਦਾ ਹੈ। ਮਤਲਬ ਜਿੱਥੇ 15 ਲੱਖ ਦਾ ਖਰਚਾ ਅਸੀਂ ਉਹਨੂੰ 3 ਜਾਂ 4 ਲੱਖ ਦੇ ਵਿੱਚ ਕਰਦੇ ਹਾਂ। ਪਿੱਛੇ ਜੇ ਅਸੀਂ ਸਾਹਿਤ ਉਤਸਵ ਕੀਤਾ ਸੀ, ਅੰਤਰਰਾਸ਼ਟਰੀ ਸਾਹਿਤ ਉਤਸਵ, 2 ਦਿਨ ਦਾ ਪ੍ਰੋਗਰਾਮ ਸੀ, ਤੇ ਤਕਰੀਬਨ ਉਹਦੇ 'ਚ 100 ਲੇਖਕ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਦੇ ਉਹਦੇ 'ਚ ਸ਼ਾਮਲ ਹੋਏ ਸੀ। ਪਰ ਅਸੀਂ ਸਹਿਯੋਗ ਲਿਆ ਸੀ HMV ਜਲੰਧਰ ਦਾ, ਸੋ ਉਹਨਾਂ ਨੇ ਸਾਨੂੰ ਖਾਣਾ ਜਾਂ ਵੈਨਿਊ ਦੋਨੇ ਦੇ ਦਿੱਤੇ। ਸੋ ਇਸ ਤਰ੍ਹਾਂ ਅਸੀਂ ਦੂਜੇ ਅਦਾਰਿਆਂ ਦੇ ਸਹਿਯੋਗ ਵੀ ਲੈ ਲੈਂਦੇ ਹਾਂ। ਪਰ ਫੰਡਸ ਦੀ ਜਿਹੜੀ ਕਹਿ ਲਓ ਘਾਟ ਆ ਉਹ ਹਮੇਸ਼ਾ ਹੀ ਹੁੰਦੀ ਆ। ਪਰ ਇਹ ਵੀ ਮੈਨੂੰ ਮਾਣ ਆ ਕਿ ਜੇਕਰ ਤੁਸੀਂ ਬਾਕੀ ਅਕਾਦਮੀਆਂ ਦੇ ਮੁਕਾਬਲੇ ਪੰਜਾਬ ਸਾਹਿਤ ਅਕੈਡਮੀ ਦੇ ਖਰਚ ਪਿਛਲੇ ਸਾਲਾਂ ਦੇ ਕਢਾ ਲਓ, ਤੇ ਸਭ ਤੋਂ ਘੱਟ ਪੈਸਿਆਂ ਦੇ ਵਿੱਚ ਸਭ ਤੋਂ ਵੱਧ ਕੰਮ ਜਿਹੜਾ ਆ ਉਹ ਅਸੀਂ ਕੀਤਾ। ਪਰ ਇਹਦੇ ਵਿੱਚ ਜਦ ਮੈਂ ਪਿੱਛੇ ਜੇ ਮੇਰੀ ਗੱਲ ਹੋਈ ਸੀ ਜਿਹੜੀ ਹਰਿਆਣਾ ਸਾਹਿਤ ਅਕੈਡਮੀ ਹੈ, ਪੰਜਾਬੀ ਸਾਹਿਤ ਅਕੈਡਮੀ, ਉਹ ਜਦੋਂ ਕਵੀਆਂ ਨੂੰ ਬੁਲਾਉਂਦੇ ਆ, ਜਦੋਂ ਪ੍ਰੋਗਰਾਮ ਕਰਵਾਉਂਦੇ ਆ, ਜਾਂ ਲੇਖਕਾਂ ਨੂੰ ਬੁਲਾਉਂਦੇ ਆ ਮਹਿਮਾਨ ਦੇ ਤੌਰ ਤੇ, ਜਦੋਂ ਕਿਤੇ ਪੇਸ਼ਕਾਰੀ ਕਰਨੀ ਹੁੰਦੀ ਹੈ, ਤਾਂ ਉਹ ਕਾਫੀ ਪੈਸੇ ਦਿੰਦੇ ਆ ਤੁਹਾਡੇ ਮੁਕਾਬਲੇ। ਕੀ ਉਹਨਾਂ ਨੂੰ, ਮੇਰਾ ਖਿਆਲ ਹੈ ਉਹਨਾਂ ਦੀ ਸਰਕਾਰ ਬਜਟ ਜ਼ਿਆਦਾ ਦਿੰਦੀ ਹੋਏਗੀ? ਮੈਨੂੰ ਇਹਦੇ ਬਾਰੇ ਜਾਣਨ ਨਹੀਂ ਆ, ਕਈ ਵਾਰ ਇਹਦਾ ਜ਼ਿਕਰ ਵੀ ਉਹਨਾਂ ਨੂੰ ਕਿੰਨੇ ਕੁ ਬਜਟ ਮਿਲਦੇ, ਮੈਨੂੰ ਇਹਦੇ ਬਾਰੇ ਕਈ ਵਾਰ ਜ਼ਿਕਰ ਸੁਣਿਆ, ਪਰ ਮੈਂ ਵਾਰ-ਵਾਰ ਇਹੀ ਗੱਲ ਕਰ ਰਿਹਾ ਕਿਉਂਕਿ ਇਹ ਜਿਹੜਾ ਪੰਜਾਬ ਸਾਹਿਤ ਅਕੈਡਮੀ ਹੈ ਇਹਦਾ ਦਾਇਰਾ ਵਧਾਉਣ ਦੀ ਕਾਫੀ ਲੋੜ ਮੈਨੂੰ ਲੱਗਦਾ ਹੁੰਦਾ ਕਿ ਪੈਸਾ ਇੰਨਾ ਨਹੀਂ ਲੋੜੀਂਦਾ ਹੁੰਦਾ। ਹਰ ਬੰਦਾ ਆਪਣੇ ਘਰੇ, ਹੁਣ ਅਸੀਂ ਪ੍ਰੋਗਰਾਮ ਕਰਦੇ ਹਾਂ, ਟਾਈਮ ਡਿਵੋਟ ਕਰਦੇ ਹਾਂ, ਪਰ ਮੈਨੂੰ ਨਹੀਂ, ਅਸੀਂ ਕੋਈ ਇਹਦੇ ਚੋਂ ਮਤਲਬ ਸਾਨੂੰ ਕੋਈ ਪੈਸਾ ਜਾਂ ਕੋਈ ਕੁਝ ਨਹੀਂ ਮਿਲਦਾ। ਹਾਂਜੀ, ਮਤਲਬ ਇਹ ਸ਼ੌਂਕ ਆ, ਕੰਮ ਕਰਨਾ ਬੰਦੇ ਦਾ ਸ਼ੌਂਕ ਆ। ਹੁਣ ਅਦਰਵਾਈਜ਼ ਮੈਂ ਪ੍ਰਿੰਸੀਪਲ ਹਾਂ, ਤੇ ਮੈਨੂੰ ਲੱਗਦਾ 3-4 ਵਜੇ ਤੱਕ ਤਾਂ ਮੈਂ ਕਾਲਜ ਦੇ ਵਿੱਚ ਹੀ ਸੀਮਤ ਹੁੰਦੀ ਹਾਂ। ਫਿਰ ਲਿਖਣ ਪੜ੍ਹਨ ਦਾ ਕੰਮ ਹੁੰਦਾ, ਘਰ ਦਾ ਵੀ ਕੰਮ ਹੁੰਦਾ। ਸੋ ਤੁਹਾਡੇ ਕੋਲੇ ਉਹ ਜਿਹੜਾ ਥੋੜਾ ਜਿਹਾ ਟਾਈਮ ਆ, ਉਸ ਥੋੜੇ ਟਾਈਮ ਦੇ ਵਿੱਚੋਂ ਤੁਸੀਂ ਜਦੋਂ ਟਾਈਮ ਆਪਣਾ ਲਾਉਂਦੇ ਹੋ, ਫਿਰ ਤੁਹਾਨੂੰ ਜਾਨ ਆਉਣ ਦੇ ਉੱਤੇ ਲੱਗਦਾ ਆ, ਫਿਰ ਤੁਹਾਨੂੰ ਆਪਣਾ ਛੁੱਟੀ ਲੈਣੀ ਪੈਂਦੀ ਆ, ਹੋਰ ਇਹੋ ਜਿਹੀਆਂ ਬੜੀਆਂ ਸਾਰੀਆਂ ਜ਼ਿੰਮੇਵਾਰੀਆਂ। ਤੁਸੀਂ ਕਾਫੀ ਵੱਡੀਆਂ ਕਿਤਾਬਾਂ ਲਿਖੀਆਂ ਜੀ। ਜੇ ਮੈਂ ਗੱਲ ਕਰਾਂ ਤੁਹਾਡਾ ਜਿਹੜਾ ਬਰਖਲਾਫ ਬਜ਼ਾਤੇ ਖੁਦ ਜਿਹੜੀ ਕਿਤਾਬ ਬੜੀ ਵੱਡੀ ਹੈ, ਇਹਦੇ ਵਿੱਚ ਤੁਹਾਡਾ ਕੀ, ਇਹਦੇ ਵਿੱਚ ਕੀ ਹੈ ਅਸਲ 'ਚ ਜਿਹੜੀ ਤੁਹਾਡੀ ਨਵੀਂ ਕਿਤਾਬ ਆਈ ਹੈ? ਦਰਅਸਲ ਇਹ ਕਿਤਾਬ ਦੇ ਵਿੱਚ ਜਿਹੜੀ ਹੁਣ ਤੱਕ ਦੀ ਮੇਰੀ ਪੋਇਟਰੀ ਆ, 6 ਕਿਤਾਬਾਂ, ਉਹਦੇ ਚੋਂ ਕੁਝ ਸਿਲੈਕਟਡ ਪੋਇਟਰੀ ਹੈ, ਔਰ ਇਹਦੇ ਬਾਰੇ ਦੇਸਰਾਜ ਕਾਲੀ ਹੋਰਾਂ ਨੇ ਇਹਨੂੰ ਸੰਪਾਦਿਤ ਕੀਤਾ। ਉਹਨਾਂ ਨੇ ਬਹੁਤ ਸੋਹਣੀ ਇਹਦੀ ਭੂਮਿਕਾ 40-45 ਪੰਨਿਆਂ ਦੀ ਇਹਦੀ ਭੂਮਿਕਾ ਹੀ ਲਿਖੀ ਹੈ। ਸੋ ਉਹਨਾਂ ਨੇ ਕਾਫੀ, ਜਿਵੇਂ ਕਹਿ ਲਓ ਕਿ ਕਵਿਤਾ ਦਾ ਐਨਾਲਿਸਿਸ ਜਿਹੜਾ ਨਿਚੋੜ ਆ ਉਹ ਕੀਤਾ, ਜਾਂ ਉਹ ਜਿਹੜੀਆਂ ਬੜੀਆਂ ਸੂਖਮ ਗੱਲਾਂ। ਮੈਂ ਇੱਕ ਗੱਲ ਹੋਰ ਵੀ ਵੇਖਿਆ ਕਿ ਬਹੁਤ ਸਾਰੇ ਅਦਾਰੇ, ਚਾਹੇ ਉਹ ਯੂਨੀਵਰਸਿਟੀਆਂ ਨੇ, ਉਹ ਕ੍ਰਿਟਿਕਸ ਨੂੰ ਲੈ ਲਓ ਤੁਸੀਂ, ਆਲੋਚਨਾ ਦੇ ਦਾਇਰੇ ਨੇ ਜਿਹੜੇ, ਉਹ ਆਮ ਤੌਰ ਤੇ ਕਿਸੇ ਨੂੰ ਛੇਤੀ ਦੇਣੇ ਰਿਕੋਗਨੀਸ਼ਨ ਨਹੀਂ ਦਿੰਦੇ, ਪਹਿਚਾਣ ਨਹੀਂ ਦਿੰਦੇ। ਉੱਥੇ ਉਹਨਾਂ ਦੀ ਪੋਲਿਟਿਕਸ ਆ, ਉਹਨਾਂ ਦੇ ਆਪਣੀਆਂ ਜਿਹੜੇ ਮੁਫਾਦ ਨੇ, ਤੂੰ ਮੇਰਾ ਭਾਈ ਮੈਂ ਤੇਰਾ ਭਾਈ, ਹਾਂਜੀ ਤੂੰ ਮੇਰੀ ਪਿੱਠ ਖੁਰਕੇਗਾ ਮੈਂ ਤੇਰੀ ਪਿੱਠ ਖੁਰਕੂੰਗਾ। ਸੋ ਥੋੜੇ ਕੀਤਿਆਂ ਉਹ ਤੁਹਾਨੂੰ ਤਾਂ ਨਹੀਂ ਦਿੰਦੇ। ਪਰ ਦੇਸਰਾਜ ਕਾਲੀ ਜੀ ਨੇ ਇਹਦੇ ਤੇ ਬਹੁਤ ਸੋਹਣਾ ਕੰਮ ਕੀਤਾ। ਹਾਲਾਂਕਿ ਮੇਰੀ ਉਹਨਾਂ ਨਾਲ ਕੋਈ ਖਾਸ, ਉਹਨਾਂ ਨੇ ਕਵਿਤਾ ਪੜ੍ਹੀ ਤੇ ਪੜ੍ਹ ਕੇ ਉਹਨਾਂ ਨੂੰ ਕਰ ਗਏ, ਕਿਉਂਕਿ ਉਹ ਖੁਦ ਲੇਖਕ ਨੇ। ਜੇ ਉਹ ਪ੍ਰੋਫੈਸ਼ਨਲ ਆਲੋਚਕ ਹੁੰਦੇ ਤਾਂ ਸ਼ਾਇਦ ਨਾ ਕਰਦੇ। ਹੋ ਸਕਦਾ ਹੈ, ਪਰ ਬੰਦੇ ਦੀ ਨੇਚਰ ਹੁੰਦੀ ਹੈ, ਕਈ ਬੰਦੇ ਵਧੀਆ ਜਿਹੜਾ ਕੰਮ ਉਹ ਕਰਦੇ ਨੇ। ਪਰ ਭੈਣ ਜੀ, ਤੁਹਾਡੇ ਤਾਂ ਆਲੇ ਦੁਆਲੇ ਬਹੁਤ ਸਾਰੇ ਆਲੋਚਕ ਜਿਹੜੇ ਆ, ਉਹ ਮੈਂ ਦੇਖਦਾ ਹੁੰਦਾ ਤੁਹਾਡੀ ਬੜੀ ਕਦਰ ਕਰਦੇ ਆ, ਇਹਦੇ ਬਾਵਜੂਦ ਵੀ ਤੁਹਾਨੂੰ ਗਿਲਾ ਹੈ ਉਹਨਾਂ ਤੇ ਹਾਲੇ? ਇਸ ਤਰ੍ਹਾਂ ਤੇ ਨਹੀਂ ਹੈ, ਪਰ ਮੈਂ ਕਦੇ ਵੇਖਿਆ ਵੀ ਨਹੀਂ ਕਿ ਕੋਈ ਕਿਸੇ ਨੂੰ। ਮੈਂ ਇੱਕ ਗੱਲ ਕਹਿਣੀ ਹੁੰਦੀ ਆ ਜੀ, ਜੇਕਰ ਅਸੀਂ ਜਿਹੜੀ ਥਾਂ ਤੇ ਬੈਠੇ ਹਾਂ, ਮੰਨ ਲਓ ਤੁਸੀਂ ਇਸ ਸਟੂਡੀਓ 'ਚ ਬੈਠੇ ਹੋ, ਪ੍ਰੋਗਰਾਮ ਕਰ ਰਹੇ ਹੋ, ਇੰਟਰਵਿਊ ਕਰ ਰਹੇ ਹੋ, ਤੇ ਜੇਕਰ ਤੁਸੀਂ ਉਸ ਨੂੰ ਆਪਣੀ ਜਿਹੜੀ ਸੀਟ ਆ ਉਹਦੇ ਲਈ ਕਹਿ ਲਓ ਕਿ ਇਮਾਨਦਾਰ ਨਹੀਂ ਹੋ, ਜਾਂ ਜਿਹੜੀ ਆਨਸਰੇਬਿਲਿਟੀ ਆ ਕਿ ਜੇ ਮੈਂ ਸਾਹਿਤ ਅਕੈਡਮੀ ਦੇ ਪ੍ਰਧਾਨ ਵਜੋਂ ਕੰਮ ਕਰ ਰਹੀ ਹਾਂ,
ਤੇ ਜੇਕਰ ਮੈਂ ਉੱਥੇ ਸੁਹਿਰਦ ਨਹੀਂ ਆ, ਮੈਂ ਪੱਖਪਾਤ ਕਰਦੀ ਆ, ਮੈਂ ਕਿਸੇ ਨਾਲ ਦੁਸ਼ਮਣੀ ਕਰਦੀ ਆ, ਮੈਂ ਕਿਸੇ ਨਾਲ ਵੱਧ ਦਿਖਾਉਣੀ ਆ, ਤਾਂ ਫਿਰ ਮੈਨੂੰ ਉੱਥੇ ਰਹਿਣ ਦਾ ਕੋਈ ਹੱਕ ਨਹੀਂ ਹੈ। ਮੇਰੇ ਲਈ ਸਾਰੇ ਬਰਾਬਰ ਹੋਣੇ ਚਾਹੀਦੇ। ਜਿਸ ਥਾਂ ਤੇ ਹੋ ਤੁਸੀਂ, ਜੇ ਮੈਂ ਪ੍ਰਿੰਸੀਪਲ ਹਾਂ ਤਾਂ ਮੈਂ ਉੱਥੇ ਵੀ ਦਿਆਨਤਦਾਰ ਹੋਣਾ ਚਾਹੀਦਾ, ਜੇ ਮੈਂ ਅਕਾਦਮੀ ਚ ਤਾਂ ਵੀ, ਲੇਖਕ ਵਜੋਂ ਤਾਂ ਵੀ, ਮਾਂ ਵਜੋਂ ਤਾਂ ਵੀ। ਸੋ ਦਿਆਨਤਦਾਰੀ ਤੇ ਉਹ ਜੇ ਤੁਹਾਡੇ ਪੱਲੇ ਹੈ ਤਾਂ ਫਿਰ ਤੁਸੀਂ, ਮੈਨੂੰ ਲੱਗਦਾ, ਕਿਤੇ ਵੀ ਅਨਿਆਂ ਨਹੀਂ ਕਰਦੇ ਤੇ ਅਨਿਆਂ ਸਹਿੰਦੇ ਵੀ ਨਹੀਂ। ਤੁਸੀਂ ਜਦੋਂ ਪਿਛਲੇ 4 ਸਾਲ ਕੰਮ ਕੀਤਾ, ਜਦੋਂ ਤੁਹਾਡੀ ਉਹ ਟਰਨਓਵਰ ਪੂਰੀ ਹੋਣ ਲੱਗੀ, ਉਹ ਸਮਾਂ ਪੂਰਾ ਹੋਣ ਲੱਗਿਆ, ਤਾਂ ਤੁਸੀਂ ਇਹ ਸੋਚਿਆ ਹੋਵੇਗਾ ਜੇ ਮੈਨੂੰ ਹੋਰ ਸਮਾਂ ਮਿਲੇ ਤਾਂ ਮੈਂ ਆਹ ਕੰਮ ਕਰਨੇ ਚਾਹਾਂਗੇ ਅੱਗੇ ਜਾ ਕੇ, ਜਿਹੜੇ ਤੁਸੀਂ 4 ਸਾਲਾਂ ਵਿੱਚ ਨਹੀਂ ਕਰ ਸਕੇ। ਉਹ ਕੀ ਕੰਮ ਹੋਣਗੇ ਜਿਹੜੇ ਤੁਸੀਂ ਅਗਲੇ 4 ਸਾਲਾਂ ਨੂੰ ਕਰਨਾ ਚਾਹੋਗੇ, ਜਿਹਦਾ ਤੁਸੀਂ ਪਿਛਲੇ 4 ਸਾਲਾਂ ਦੇ ਦੌਰਾਨ ਸੁਪਨਾ ਘੜਿਆ ਸੀ? ਜੀ, ਉਹਨਾਂ 'ਚ ਕੁਝ ਤੇ ਇਹੋ ਹੀ ਨੇ ਕਿ ਜਿਹੜੇ ਲੇਖਕ ਨੇ ਸਾਡੇ, ਜਿਨ੍ਹਾਂ ਨੂੰ ਹੁਣ ਕਾਫੀ ਉਮਰ ਵੀ ਹੋ ਗਈ ਆ, ਤੇ ਇਸ ਵੇਲੇ ਸੰਕਟ ਕਾਲ ਸਮਾਂ ਵੀ ਚੱਲ ਰਿਹਾ, ਕਰੋਨਾ, ਬਹੁਤ ਸਾਰੇ ਸਾਡੇ ਲੇਖਕਾਂ ਨੂੰ ਲਈ ਤੁਰੀ ਜਾਂਦਾ ਹੈ, ਦੁੱਖ ਹੁੰਦਾ ਇਸ ਗੱਲ ਦਾ। ਤਾਂ ਕੁਝ ਡਾਕੂਮੈਂਟਰੀਜ਼ ਬਣਾਉਣੀਆਂ ਚਾਹਾਂਗੇ ਤਾਂ ਕਿ ਉਹਨਾਂ ਨੂੰ ਸਾਂਭਿਆ ਜਾ ਸਕੇ, ਆਉਣ ਵਾਲੀ ਪੀੜ੍ਹੀ ਜਿਹੜੀ ਆ ਉਹਨਾਂ ਨੂੰ ਵੇਖ ਸਕੇ। ਦੂਸਰਾ ਹੈ ਕਿ ਜਦੋਂ ਆਪਾਂ ਕਹਿੰਦੇ ਆ ਨਾ ਕਿ ਸਾਡੇ ਜੇਕਰ ਤਰੀਕਾ-ਕਾਰ ਪੁਰਾਣਾ ਹੀ ਹੋਊਗਾ ਤਾਂ ਨੌਜਵਾਨ ਨਹੀਂ ਜੁੜਨਗੇ। ਸੋ ਅਸੀਂ ਪਿਛਲੀ ਟਰਮ ਦੇ ਵਿੱਚ ਵੀ YouTube ਤੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਸੀਗੇ ਉਹ ਰਿਕਾਰਡ ਹੁੰਦੇ ਗਏ ਤੇ YouTube ਦੇ ਉੱਤੇ ਉਹ ਪਏ ਹੋਏ ਨੇ। ਸੋ ਉਹਨੂੰ ਜਦੋਂ ਮਰਜ਼ੀ ਮਤਲਬ ਦੇਖ ਸਕਦੇ ਆ। ਸੋ ਇਸ ਪੱਖ ਨੂੰ ਅਸੀਂ ਹੋਰ ਵਧੀਆ ਕਰਾਂਗੇ ਤਾਂ ਕਿ ਉਹਦੀ ਰਿਕਾਰਡਿੰਗ ਵੀ ਹੋ ਜਾਏ, ਉਹ ਸੁਣੇ ਵੀ ਜਾ ਸਕਣ। ਜੇਕਰ ਕਵੀ ਦਰਬਾਰ ਹੈ, ਵੈਸੇ ਤਾਂ ਜੋ ਸਾਹਮਣੇ ਬੈਠ ਕੇ ਸਵਾਦ ਆਉਂਦਾ ਉਹ ਤਾਂ ਉਹਦੀ ਤਾਂ ਕੋਈ ਹੈ ਹੀ ਨਹੀਂ ਹੈ, ਕਹਿ ਲਓ ਕਿ ਕੋਈ ਮੇਚ ਹੀ ਨਹੀਂ ਹੈ ਉਸ ਗੱਲ ਦਾ, ਹੈ ਨਾ। ਪਰ ਜੇਕਰ ਤੁਸੀਂ ਨੈਟ ਦੇ ਥਰੂ ਜਾਂ ਕੈਮਰੇ ਦੇ ਥਰੂ, ਜਿਵੇਂ ਹੁਣ ਇਸ ਵੇਲੇ ਮੈਂ ਇੱਕ ਲਿਮਿਟਿਡ ਥਾਂ ਤੇ ਬਹਿ ਕੇ ਬਹੁਤ ਸਾਰਿਆਂ ਦੇ ਨਾਲ ਸੰਬੋਧਿਤ ਹੋ ਰਹੀ ਹਾਂ, ਤਾਂ ਫਿਰ ਉਹ ਵੀ ਜਿਹੜਾ ਜ਼ਰੀਆ ਉਹ ਮਾੜਾ ਨਹੀਂ ਗਾ। ਸੋ ਸਮੇਂ ਅਨੁਸਾਰ, ਸਥਿਤੀ ਅਨੁਸਾਰ ਅਸੀਂ ਆਪਣੀਆਂ ਜਿਹੜੀਆਂ ਨੇ ਤਰੀਕੇ ਬਦਲ ਲੈਂਦੇ ਹਾਂ। ਸੋ ਇਹ ਜਿਹੜਾ ਤਰੀਕਾ ਹੈਗਾ ਥਰੂ ਨੈਟ, ਥਰੂ ਕੈਮਰਾ ਜਾਂ ਵੀਡੀਓ ਜਾਂ YouTube ਦੇ ਰਾਹੀਂ, ਵੈਸੇ ਵੀ ਅਸੀਂ ਮਦਨਦੀਪ ਜੀ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਨੇ, ਤਕਰੀਬਨ 50 ਪ੍ਰੋਗਰਾਮ ਜਦੋਂ ਕਰੋਨਾ ਕਾਲ ਆ ਗਿਆ ਸੀ ਤਾਂ ਮੇਰੇ ਨਾਲ ਕੁਲਦੀਪ ਦੀਪ ਹੁੰਦੇ ਸੀ। ਸੋ ਅਸੀਂ ਅਕਾਦਮੀ ਵੱਲੋਂ ਤਕਰੀਬਨ 50 ਪ੍ਰੋਗਰਾਮ ਹਰ ਰੋਜ਼ ਸ਼ਾਮ ਨੂੰ ਆਨਲਾਈਨ ਇੱਕ ਪ੍ਰੋਗਰਾਮ ਹੁੰਦਾ ਸੀ, ਔਰ ਉਹਦੇ ਨਾਲ ਬਹੁਤ ਸਾਰੇ ਦਰਸ਼ਕ ਜਿਹੜੇ ਸਰੋਤੇ ਸਾਡੇ ਨਾਲ ਜੁੜਦੇ ਸੀ। ਤੇ ਉਹਦਾ ਵੀ ਬੜਾ ਅੱਛਾ ਸੀਗਾ ਕਿਉਂਕਿ ਅਸੀਂ ਕਿਸੇ ਦਿਨ ਡਾਕਟਰ ਨੂੰ ਬੁਲਾ ਲੈਂਦੇ ਸੀ ਤਾਂ ਕਿ ਮੌਜੂਦਾ ਹਾਲਾਤ 'ਚ ਲੋਕਾਂ ਨੂੰ ਅਸੀਂ ਕਿਵੇਂ ਆਪਣੇ ਉਹਨਾਂ ਨੂੰ ਕੰਫਰਟ ਜ਼ੋਨ 'ਚ ਲਿਜਾ ਸਕਦੇ ਹਾਂ, ਉਹਨਾਂ ਨੂੰ ਮਾਨਸਿਕ ਸਿਹਤ ਨਾਲ ਜੋੜੀ ਰੱਖਣਾ, ਸਾਹਿਤ ਨਾਲ ਜੋੜਨਾ ਤੇ ਪ੍ਰਕਿਰਿਆ ਜਾਰੀ ਰਹੇ, ਜੀ ਖੜੋਤ ਦੇ ਸਮੇਂ ਖਾਸ ਕਰਕੇ, ਬਿਲਕੁਲ, ਔਰ ਉਹਨਾਂ ਨੂੰ ਮਤਲਬ ਚੜ੍ਹਦੀ ਕਲਾ 'ਚ ਰੱਖਣਾ। ਜੀ, ਇਸ ਵੇਲੇ ਸਮੇਂ ਦੀ ਲੋੜ ਹੀ ਇਹ ਆ ਕਿ ਬੰਦਾ ਚੜ੍ਹਦੀ ਕਲਾ 'ਚ ਰਵੇ। ਸੋ ਹਾਲਾਤ ਤਾਂ ਨਹੀਂ ਬਦਲਨੇ, ਪਰ ਅਸੀਂ ਮਾਨਸਿਕਤਾ ਨੂੰ ਬਦਲ ਸਕਦੇ। ਮਤਲਬ ਉਹ ਦੌਰ ਮੌਜੂਦਾ ਸਮੇਂ ਵੀ ਤੁਹਾਡਾ ਜਾਰੀ ਰਹੇਗਾ ਜਿਹੜਾ ਆਨਲਾਈਨ ਜਿਹੜੇ ਪ੍ਰੋਗਰਾਮ ਹੈਗੇ ਆ। ਦੂਸਰਾ, ਮੈਂ ਇੱਕ ਤੁਹਾਨੂੰ ਤੁਹਾਡੇ ਜਿਹੜਾ ਸਾਹਿਤਕ ਸਫ਼ਰ ਹੈ ਉਹਦੇ ਬਾਰੇ ਵੀ ਮੈਂ ਥੋੜੀ ਗੱਲ ਕਰਨੀ ਚਾਹਾਂਗਾ। ਜੀ, ਜੇ ਤੁਹਾਡੇ ਮੈਂ ਨਿੱਜੀ ਜੀਵਨ ਦੀ ਗੱਲ ਕਰਾਂ ਤਾਂ ਮੈਂ ਤੁਹਾਡੇ ਪਰਿਵਾਰ ਨੂੰ ਬੜਾ ਕਰੀਬੀਓਂ ਜਾਣਦਾ ਬਹੁਤ ਸਾਲਾਂ ਤੋਂ। ਜੀ, ਤੁਹਾਡੇ ਹਸਬੈਂਡ ਵੱਡੇ ਪੁਲਿਸ ਅਧਿਕਾਰੀ ਨੇ, ਤੁਸੀਂ ਟੀਚਰ ਹੋ ਪੇਸ਼ੇ ਦੇ ਤੌਰ ਤੇ। ਜੀ, ਔਰ ਤੁਸੀਂ ਲੇਖਕ ਹੋ, ਤੇ ਇਹ ਕਿਵੇਂ ਸਬੱਬ ਕਿਵੇਂ ਬਣਿਆ, ਤੁਸੀਂ ਇੱਧਰ ਸਾਹਿਤ ਵੱਲ ਕਿਵੇਂ ਜੁੜੇ? ਇੱਕ ਪੁਲਿਸ ਅਫਸਰ ਨਾਲ ਵਿਆਹ ਕਰਾਉਣ ਤੋਂ ਬਾਅਦ ਤੁਹਾਡਾ ਇੱਧਰ ਸਫਲਤਾਪੂਰਵਕ ਜਿਹੜਾ ਸਫ਼ਰ ਜਾਰੀ ਰਹਿਣਾ, ਕਦੇ ਪੁਲਿਸ ਅਧਿਕਾਰੀ ਰੁਕਾਵਟ ਨਾ ਬਣਿਆ ਹੋਵੇ, ਔਰ ਤੁਸੀਂ ਆਪਣੇ ਕੰਮ ਦੇ ਵਿੱਚ ਅੱਗੇ ਤਰੱਕੀਆਂ ਕੀਤੀਆਂ, ਇਹ ਕਿਵੇਂ ਸਬੱਬ ਬਣਿਆ? ਇਹ ਦੋ ਗੱਲਾਂ ਹੁੰਦੀਆਂ ਨੇ ਜੀ। ਪੁਲਿਸ ਅਫਸਰ ਹੋਣਾ ਵੱਖਰੀ ਗੱਲ ਆ, ਇੱਕ ਵਧੀਆ ਇਨਸਾਨ ਹੋਣਾ ਵੱਖਰੀ ਗੱਲ ਆ। ਸੋ ਜੇਕਰ ਤੁਸੀਂ ਮੇਰੇ ਹਸਬੈਂਡ ਦੇ ਸਰਦਾਰ ਰਜਿੰਦਰ ਸਿੰਘ ਸੋਹਲ, ਡਾਕਟਰ ਰਜਿੰਦਰ ਸਿੰਘ ਸੋਹਲ, ਉਹਨਾਂ ਨੇ ਹੁਣੇ ਲਾਅ ਦੇ ਵਿੱਚ ਡਾਕਟਰੇਟ ਵੀ ਕੰਪਲੀਟ ਕਰ ਲਈ। ਬਿਲਕੁਲ ਜੀ। ਤਾਂ ਜੇਕਰ ਤੁਸੀਂ ਉਹਨਾਂ ਨੂੰ ਮਿਲਦੇ ਹੋ ਤਾਂ ਤੁਸੀਂ ਮਹਿਸੂਸ ਕੀਤਾ ਹੋਣਾ ਕਿ ਉਹ ਇੱਕ ਬੜੇ ਵਧੀਆ ਇਨਸਾਨ ਨੇ। ਬਿਲਕੁਲ। ਔਰ ਇੱਕ ਵਧੀਆ ਇਨਸਾਨ ਦੇ ਨਾਲ ਰਹਿ ਕੇ ਜ਼ਿੰਦਗੀ ਤੁਹਾਡੀ ਤੁਹਾਨੂੰ ਤਣਾਅ ਨਹੀਂ ਦਿੰਦੀ ਜੀ। ਤੁਸੀਂ ਘਰ ਦੇ ਵਿੱਚ ਬੜੇ ਆਨੰਦ ਦੇ ਨਾਲ ਰਹਿੰਦੇ ਹੋ। ਬੱਚਿਆਂ ਵੱਲੋਂ ਵੀ ਪਰਮਾਤਮਾ ਨੇ 2 ਬੇਟੇ ਨੇ, ਵਧੀਆ ਆਪਣਾ ਸੈਟਲ ਨੇ, ਹੁਣ ਕੰਮ ਕਰਦੇ ਨੇ। ਸੋ ਉਸ ਜਿਹੜਾ ਸਮਾਂ ਹੁੰਦਾ ਉਸ ਨੂੰ ਮੈਂ ਲਿਖਣ ਪੜ੍ਹਨ ਦੇ ਵਿੱਚ ਲੰਘਾਉਂਦੀ ਹਾਂ, ਕਿਉਂਕਿ ਮੇਰਾ ਹੋਰ ਕੋਈ ਬਾਹਰ ਆਉਣਾ ਜਾਣਾ, ਕਿੱਟੀਆਂ, ਇਹੋ ਜਿਹੇ ਮੇਰੇ ਕੋਈ ਸ਼ੌਂਕ ਨਹੀਂ ਹੈਗੇ। ਸੋ ਜਿਹੜਾ ਸਮਾਂ ਆ ਉਹ ਮੈਨੂੰ ਪੜ੍ਹਨ ਲਿਖਣਾ ਜ਼ਿਆਦਾ ਚੰਗਾ ਲੱਗਦਾ ਹੈ। ਔਰ ਇਸੇ ਤਰ੍ਹਾਂ ਜਦੋਂ ਇਹਨਾਂ ਦੀ ਪੋਸਟਿੰਗ ਬਾਹਰ ਸੀਗੀ ਲੁਧਿਆਣੇ, ਮੈਂ ਇਕੱਲੀ ਸੀ, ਬੱਚੇ ਹੋਸਟਲ ਸੀ, ਤਾਂ ਫਿਰ ਮੈਂ ਲਿਖਣਾ ਸ਼ੁਰੂ ਕੀਤਾ। ਪੋਇਟਰੀ ਮੈਂ ਉਦੋਂ ਲਿਖਣੀ ਸ਼ੁਰੂ ਕੀਤੀ।
ਔਰ ਬਹੁਤ ਸਾਰੀਆਂ ਜਿਹੜੀਆਂ ਹੁਣ ਮੇਰੀ ਨਵੀਂ ਕਿਤਾਬ ਆਈ ਆ ਇੰਟਰਵਲ ਤੋਂ ਬਾਅਦ, ਇਹਦੇ 'ਚ ਕਹਾਣੀਆਂ ਨੇ, ਔਰ ਕਹਾਣੀਆਂ ਵੀ ਜਿਹੜੀਆਂ ਕ੍ਰਾਈਮ ਨਾਲ ਸੰਬੰਧਿਤ ਨੇ, ਉਹਨਾਂ ਦੇ ਵਿਸ਼ੇ, ਔਰ ਉਹ ਕੁਦਰਤੀ ਆ। ਮੈਂ ਤੁਹਾਡੇ ਅਕਸਰ ਗੱਲਬਾਤ ਹੁੰਦੀ ਹੋਣੀ ਹੈ ਕ੍ਰਾਈਮ ਨੂੰ ਲੈ ਕੇ? ਜੀ ਜਦੋਂ ਕੋਈ ਗੱਲ ਹੁੰਦੀ ਆ ਤਾਂ ਮੇਰਾ ਤੁਸੀਂ ਕਹਾਣੀ ਵੱਲ ਤੁਰ ਪੈਂਦੇ ਹੋਗੇ, ਪਲਾਟ ਲੱਭਣ ਲੱਗ ਜਾਂਦੇ ਹੋਗੇ। ਜੀ ਔਰ ਉਹਦੇ 'ਚ ਉਹ ਕਹਾਣੀਆਂ ਨੇ ਜਿਹੜੀਆਂ ਮੇਰੀ ਆਪਦੀ ਜ਼ਿੰਦਗੀ 'ਚ ਵੇਖੀਆਂ ਹੋਈਆਂ ਨੇ, ਬਹੁਤ ਨੇੜੇ ਤੋਂ ਮੈਂ ਉਹਨਾਂ ਲੋਕਾਂ ਨੂੰ ਜਾਣਦੀ ਹਾਂ। ਸੋ ਮੈਨੂੰ ਚੰਗਾ ਲੱਗਾ ਇਹ, ਔਰ ਮੈਨੂੰ ਲੱਗਦਾ ਕਿ ਪੰਜਾਬੀ ਸਾਹਿਤ ਦੇ ਵਿੱਚ ਇਸੇ ਤਰ੍ਹਾਂ ਦੀ ਇਸ ਤਰ੍ਹਾਂ ਦੇ ਵਿਸ਼ਿਆਂ ਨਾਲ ਜੁੜੀਆਂ ਕਹਾਣੀਆਂ ਨਹੀਂ ਹੈਗੀਆਂ ਅਜੇ। ਤੋ ਇਹ ਤੁਹਾਡੀਆਂ ਜਿਹੜੀਆਂ 7 ਕਿਤਾਬਾਂ ਕਵਿਤਾਵਾਂ ਦੀਆਂ ਆਈਆਂ, ਇਹਦੇ ਵਿੱਚੋਂ ਤੁਸੀਂ ਕੋਈ ਜੇ ਸਾਡੇ ਦਰਸ਼ਕਾਂ ਨੂੰ ਕਵਿਤਾ ਕੋਈ ਸੁਣਾਓ ਇੱਕ ਅੱਧੀ ਤਾਂ ਤੁਸੀਂ। ਜਿਵੇਂ ਹੁਣੇ ਜੇ ਸੀਗੀ ਨਾਨਕ ਦੇ ਰਾਹ ਤੇ, ਛੱਡ ਦਿੱਤੀ ਏ ਆਦਤ ਬਗਾਨੀਆਂ ਨਜ਼ਰਾਂ ਦੇ ਚਮਕਦਾਰ ਸ਼ੀਸ਼ੇ ਚੋਂ ਸਵੈ ਨੂੰ ਵੇਖਣ ਦੀ। ਛੱਡ ਦਿੱਤੀ ਏ ਆਦਤ ਬੇਗਾਨੀਆਂ ਨਜ਼ਰਾਂ ਦੇ ਚਮਕਦਾਰ ਸ਼ੀਸ਼ੇ ਚੋਂ ਸਵੈ ਨੂੰ ਵੇਖਣ ਦੀ। ਮੇਰੀ ਦੇਹੀ, ਮੇਰੀ ਅਗਨ, ਮੇਰੀ ਧਰਤੀ, ਮੇਰਾ ਅਸਮਾਨ, ਸਭ ਮੇਰੇ ਅਖਤਿਆਰ। ਵਾਹ ਵਾਹ ਵਾਹ। ਨਹੀਂ ਚੜਾਉਣੀਆਂ ਫੇਸ ਪਾਊਡਰ ਦੀਆਂ ਪਰਤਾਂ, ਨਹੀਂ ਚੜਾਉਣੀਆਂ ਫੇਸ ਪਾਊਡਰ ਦੀਆਂ ਪਰਤਾਂ, ਬਿਊਟੀ ਪਾਰਲਰ ਜਾਣਾ ਜਾਂ ਨਾ ਜਾਣਾ, ਭਵਾਂ ਤਰਾਸ਼ਣਾ, ਪਾਉਣਾ, ਲਾਉਣਾ, ਮੇਰੀ ਮਰਜ਼ੀ ਤੇ ਨਿਰਭਰ। ਹੱਸਣਾ, ਰੋਣਾ, ਉਦਾਸ ਹੋਣਾ, ਹੱਸਣਾ, ਰੋਣਾ, ਉਦਾਸ ਹੋਣਾ, ਮੇਰੀਆਂ ਹੱਦਾਂ ਸਰਹੱਦਾਂ, ਹੱਦਬੰਦੀਆਂ ਵੀ ਮੇਰੀਆਂ। ਉਲਝਣਾ, ਗੁੰਝਲਾਂ ਸੁਲਝਾਉਣੀਆਂ, ਸਭ ਮੈਨੂੰ ਆਉਂਦੀਆਂ। ਹਾਂ ਮੈਂ ਇਨਸਾਨ, ਹਾਂ ਮੈਂ ਇਨਸਾਨ, ਮਾਸੂਮੀਅਤ, ਮਕਾਰੀ, ਨਫ਼ਰਤਾਂ, ਚਾਹਤਾਂ ਦੇ ਲੋਰ ਸੰਗ ਆਉਂਦਾ ਮੈਨੂੰ ਨਿਭਣਾ। ਨਾ ਦੇਣਾ ਮੈਂ ਹੱਥ ਹੱਥ ਕਿਸੇ ਹੋਰ, ਨਾ ਦੇਣਾ ਮੈਂ ਹੱਥ ਹੱਥ ਕਿਸੇ ਹੋਰ, ਮੁਹੱਬਤਾਂ, ਤਾਕਤਾਂ ਸਿਰਜਣਾ, ਸਭ ਮੈਨੂੰ ਮੁਯੱਸਰ। ਤੈਥੋਂ ਨਾ ਕਿਸੇ ਹੋਰ ਤੋਂ, ਤੈਥੋਂ ਨਾ ਕਿਸੇ ਹੋਰ ਤੋਂ ਲੈਣਾ ਮੈਂ ਆਚਰਨ ਦਾ ਸਰਟੀਫਿਕੇਟ। ਮੈਂ ਤਾਂ ਨਿਭਣਾ ਆਪਣੀਆਂ ਮਜਬੂਰੀਆਂ ਕਮਜ਼ੋਰੀਆਂ ਦੇ ਸੰਗ, ਮੈਂ ਤਾਂ ਨਿਭਣਾ ਆਪਣੀਆਂ ਮਜਬੂਰੀਆਂ ਕਮਜ਼ੋਰੀਆਂ ਦੇ ਸੰਗ, ਤੇ ਰਚਾਉਣਾ ਸਵੈ ਨਾਲ ਸੰਵਾਦ। ਪ੍ਰਿਜ਼ਮ ਹਾਂ ਮੈਂ, ਪ੍ਰਿਜ਼ਮ ਹਾਂ ਮੈਂ, ਤੇ ਸਫੈਦ ਨੂੰ 7 ਰੰਗਾਂ 'ਚ ਬਦਲਣਾ ਮੇਰੀ ਫਿਤਰਤ। ਮਨ ਦੀ ਸਲਤਨਤ ਸਾਰੇ ਦੀ ਸਾਰੀ ਮੇਰੀ, ਮਨ ਦੀ ਸਲਤਨਤ ਸਾਰੇ ਦੇ ਸਾਰੀ ਮੇਰੀ, ਹਕੂਮਤ ਨਹੀਂ ਕਿਸੇ ਦੀ। ਮੈਂ ਤਾਂ ਬਸ ਆਪਣੇ ਲਈ ਆਪਣੀਆਂ ਸ਼ਰਤਾਂ ਤੇ ਜਿਉਣਾ। ਹੁਣ ਮੈਂ ਪੈਰ ਖੜਾਵੀਂ ਧਰਨੇ, ਹੁਣ ਮੈਂ ਪੈਰ ਖੜਾਵੀਂ ਧਰਨੇ, ਹੁਣ ਮੈਂ ਖਿੜ ਰੋਣਾ, ਹੁਣ ਮੈਂ ਜਾਣਾ ਉਦਾਸੀਆਂ ਤੇ। ਹੁਣ ਮੈਂ ਜਾਣਾ ਉਦਾਸੀਆਂ ਤੇ ਬਸ ਹੁਣ ਮੈਂ ਨਾਨਕ ਹੋਣਾ, ਤੇ ਬਸ ਹੁਣ ਮੈਂ ਨਾਨਕ ਹੋਣਾ। ਬਹੁਤ ਸ਼ੁਕਰੀਆ। ਇਹ ਜਿਹੜਾ ਤੁਸੀਂ ਤੁਹਾਡੇ 'ਚ ਜਿਹੜੀ ਸੂਫੀਆਨਾ ਹੈ, ਇਹ ਵੀ ਮੈਨੂੰ ਲੱਗਦਾ ਕਿ ਸਾਹਿਤ ਦਾ ਜਿਹੜਾ ਆਖਰੀ ਪੜਾਅ ਹੈ, ਮਨੁੱਖ ਨੂੰ ਇੱਧਰ ਵੱਲ ਲੈ ਕੇ ਜਾਣਾ, ਇਸ ਰਾਹ 'ਤੇ ਲੈ ਕੇ ਜਾਣਾ, ਆਪਣੇ ਆਪ ਨਾਲ ਜੋੜਨਾ। ਪਰ ਜਿਹੜੀਆਂ ਤੁਹਾਡੀਆਂ ਇਹ ਜ਼ਿੰਮੇਵਾਰੀਆਂ ਹੈਗੀਆਂ, ਜਿਹੜੀਆਂ ਇੱਕ ਪੰਜਾਬ ਸਾਹਿਤ ਅਕੈਡਮੀ ਦਾ ਪ੍ਰਧਾਨ ਹੋਣਾ, ਕੇਂਦਰੀ ਪੰਜਾਬੀ ਲੇਖ ਸਭਾ ਦਾ ਪ੍ਰਧਾਨ ਹੋਣਾ, ਇਸ ਤੋਂ ਇਲਾਵਾ ਵੀ ਤੁਸੀਂ ਕੁਝ ਅਦਾਰਿਆਂ ਦੇ ਤੁਸੀਂ ਹੈਗੇ ਹੋ। ਮੈਂ ਬਹੁਤ ਮੈਨੂੰ ਯਾਦ ਨਹੀਂ ਕਿਉਂਕਿ ਕਾਫੀ ਅਦਾਰੇ ਹੈ। ਕਿਹੜੇ ਤੁਸੀਂ ਹੋਰ ਅਦਾਰਿਆਂ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹੋ? ਮੈਂ ਜਿਹੜੀ ਯੂਨੀਵਰਸਿਟੀ ਦੀ ਅਕੈਡਮਿਕ ਕਾਉਂਸਲ ਹੈ ਜੀ, ਉਹਦੀ ਮੈਂਬਰ ਹਾਂ। ਇਸੇ ਤਰ੍ਹਾਂ ਐਜੂਕੇਸ਼ਨ ਬੋਰਡ ਦੇ ਵਿੱਚ ਕੁਝ ਮੇਰੇ ਸਿਲੇਬਸ 'ਚ ਵੀ ਕਵਿਤਾਵਾਂ ਲੱਗੀਆਂ ਹੋਈਆਂ। ਕੁਝ ਯੂਨੀਵਰਸਿਟੀ ਦੇ ਕਲਚਰਲ ਜਿਹੜੇ ਪ੍ਰੋਗਰਾਮ ਹੁੰਦੇ ਨੇ, ਗਿੱਧਾ ਪਲੇ ਹੋ ਗਏ, ਉਹਨਾਂ ਦੇ ਵਿੱਚ ਮੈਂ ਜੱਜਮੈਂਟ ਲਈ ਜਾਂਦੀ ਹਾਂ ਕਵਿਤਾ ਉਚਾਰਨ ਦੇ ਲਈ। ਕਾਲਜ ਦੇ ਵਿੱਚ ਅਸੀਂ ਇਹ ਸਾਰੇ ਪ੍ਰੋਗਰਾਮ ਕਰਾਉਂਦੇ ਹਾਂ, ਯੂਥ ਐਕਟੀਵਿਟੀਜ਼ ਸਾਡੀਆਂ ਹੁੰਦੀਆਂ। ਇੱਕ ਮੈਂ ਡਾਕਟਰ ਸਰਬਜੀਤ ਕੌਰ ਜੀ ਇਹ ਜਾਣਨਾ ਚਾਹੁੰਦਾ ਸੀ ਕਿ ਪੰਜਾਬੀ ਭਾਸ਼ਾ ਦੇ ਵਿੱਚ ਕਾਫੀ ਵਿਗਾੜ ਆ ਚੁੱਕਿਆ ਹੈ। ਕਾਫੀ ਸਾਰੇ ਕਈ ਥਾਵਾਂ 'ਤੇ ਜਿਹੜਾ ਦੇਖਣ ਨੂੰ ਮਿਲਦਾ ਹੈ ਜਿੱਥੋਂ ਪੈਰਾਂ ਦੀ ਜਿਹੜੀ ਮਾਤਰਾ ਹੈ ਉਹ ਉਡਾਉਣੀ, ਬਿੰਦੀਆਂ ਉਡਾਉਣੀਆਂ, ਔਰ ਭਾਸ਼ਾ ਨੂੰ ਜਿਹੜਾ ਹੈਗਾ ਉਹ ਬਿਲਕੁਲ ਇੱਕ ਉਸ ਰੂਪ 'ਚ ਲੈ ਕੇ ਆਉਣਾ ਜਿੱਥੇ ਬੋਲਣੀ ਵੀ ਔਖੀ ਹੋ ਜਾਂਦੀ ਹੈ। ਕਈ ਸ਼ਬਦ ਜਿਹੜੇ ਹੈਗੇ ਅਸੀਂ ਪ੍ਰੋਨਾਊਂਸ ਸਹੀ ਤਰੀਕੇ ਨਾਲ ਨਹੀਂ ਕਰਦੇ। ਭਾਸ਼ਾ ਦੇ ਪ੍ਰਤੀ ਸੁਚੇਤ ਹੋਣ ਲਈ ਜਾਂ ਭਾਸ਼ਾ ਨੂੰ ਲੈ ਕੇ ਇਹਦੇ ਉੱਤੇ ਕੋਈ ਸੰਜੀਦਾ ਵਿਚਾਰ ਕਰਨ ਵਾਸਤੇ ਕੋਈ ਪੰਜਾਬ ਸਾਹਿਤ ਅਕੈਡਮੀ ਇਸ ਤਰ੍ਹਾਂ ਦਾ ਉਪਰਾਲਾ ਕੋਈ ਕਰ ਰਹੀ ਹੈ?
ਦੇਖੋ, ਇਹ ਤੇ ਬੀਇੰਗ ਅਧਿਆਪਕ, ਬੀਇੰਗ ਪ੍ਰਿੰਸੀਪਲ, ਬੀਇੰਗ ਪੰਜਾਬ ਸਾਹਿਤ ਅਕੈਡਮੀ ਜਾਂ ਲੇਖਕ, ਸਾਰੇ ਤਰ੍ਹਾਂ ਦੇ ਨਾਲ ਮੈਨੂੰ ਇਹ ਮੇਰੀ ਹੈ ਕੋਸ਼ਿਸ਼ ਕਿ ਪੰਜਾਬੀ ਭਾਸ਼ਾ ਦਾ ਸ਼ੁੱਧ ਉਚਾਰਨ ਹੋਵੇ ਤੇ ਸ਼ੁੱਧ ਲੇਖਣ ਹੋਵੇ। ਪਰ ਬਦਕਿਸਮਤੀ ਆ ਕਿ ਅਜੇ ਵੀ ਸਾਡੇ ਅਧਿਆਪਕ ਭਾਵੇਂ PhD ਕਈ ਵਾਰੀ ਕਰ ਜਾਂਦੇ ਆ ਤੇ ਉਹਨਾਂ ਨੂੰ ਸ਼ੁੱਧ ਲਿਖਣਾ ਨਹੀਂ ਆਉਂਦਾ ਹੁੰਦਾ। ਖਾਸ ਕਰਕੇ ਜੇਕਰ ਮੰਨ ਲਓ ਕੋਈ ਬੰਦਾ ਪੋਲੀਟੀਕਲ ਸਾਇੰਸ ਜਾਂ ਸੋਸ਼ੀਓਲੋਜੀ ਦਾ, ਤਾਂ ਉਹ ਪੰਜਾਬੀ 'ਚ ਉਹਦਾ ਹੱਥ ਤੰਗ ਹੁੰਦਾ, ਉਹਨਾਂ ਨੂੰ ਅੰਗਰੇਜ਼ੀ ਹੀ ਮੈਂ ਤਾਂ ਪੰਜਾਬੀ ਵਾਲਿਆਂ ਦਾ ਵੀ ਹੱਥ ਤੰਗ ਦੇਖਿਆ ਹੱਥ ਤੰਗ ਹੁੰਦਾ ਜੀ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹ ਜਿਹੜੀ ਸਾਨੂੰ ਸ਼ੁਰੂ ਤੋਂ, ਜਿਵੇਂ ਸਕੂਲ ਪੱਧਰ ਤੋਂ ਜੇਕਰ ਅਸੀਂ ਅਧਿਆਪਨ ਦੇ ਵਿੱਚ ਜੁੜੇ ਹੋਏ ਲੋਕ ਨੇ ਉਹ ਕਰਦੇ ਨੇ। ਹੁਣ ਬਹੁਤ ਸਾਰਾ ਕੰਮ ਹੋ ਰਿਹਾ ਪੰਜਾਬੀ ਦੇ ਵਿੱਚ। ਨਹੀਂ, ਪਰ ਮੈਨੂੰ ਜਿਹੜਾ ਇੱਕ ਲੱਗਦਾ ਹੈ, ਮੈਨੂੰ ਗਿਲਾ ਵੀ ਹੈ, ਮੇਰੀ ਗੱਲ ਬਹੁਤ ਸਾਰੇ ਵਿਦਵਾਨਾਂ ਨਾਲ ਵੀ ਹੋਈ ਹੈ ਕਿ ਪੰਜਾਬੀ ਦਾ ਜਿਹੜਾ ਅੰਤਮ ਰੂਪ ਹੈ ਭਾਸ਼ਾ ਦਾ, ਉਹ ਹਾਲੇ ਤੱਕ ਸਾਡੇ ਸਾਹਮਣੇ ਨਹੀਂ ਆਇਆ। ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਇਸ ਕਰਕੇ ਹੋਈ ਸੀ ਕਿ ਪੰਜਾਬੀ ਭਾਸ਼ਾ ਦਾ ਉਹ ਵਿਕਸਿਤ ਰੂਪ ਜਿਹਨੂੰ ਅਸੀਂ ਅਪਣਾ ਕੇ ਅੱਗੇ ਜਾ ਸਕੀਏ। ਕੋਈ ਵਿਕਸਿਤ ਰੂਪ ਹਾਲੇ ਤੱਕ ਵੀ ਨਹੀਂ। ਜਿਹੜੀ ਉਹਨਾਂ ਦੀ ਇੱਕ ਡਿਕਸ਼ਨਰੀ ਆਈ ਸੀ ਜਿਹਦੇ ਪੈਰਾਂ 'ਚੋਂ ਸ਼ਬਦ ਜਿਹੜੇ ਹੈ ਉਹ ਖਤਮ ਕਰ ਦਿੱਤੇ ਗਏ। ਜਿਵੇਂ ਖਤਮ ਬੋਲਿਆ ਮੈਂ, ਉੱਥੇ ਖਤਮ ਮਤਲਬ ਲਿਖਿਆ ਹੁੰਦਾ, ਜੇ ਖਤਮ ਮੈਨੂੰ ਵਿਸ਼ੇਸ਼ ਤੌਰ ਤੇ ਬੋਲਣਾ ਪੈਂਦਾ। ਮਤਲਬ ਇਹ ਜਿਹੜਾ ਅਸੀਂ ਦੋ ਤਰ੍ਹਾਂ ਦੀ ਭਾਸ਼ਾ ਵਰਤ ਰਹੇ ਹਾਂ। ਇੱਕ ਉਹ ਵਰਤ ਰਹੇ ਹਾਂ ਜਿਹਦੇ ਉਚਾਰਨ ਵਿੱਚ ਜਿਵੇਂ ਸਾਨੂੰ ਸਦੀਆਂ ਤੋਂ ਜਿਵੇਂ ਅਸੀਂ ਉਚਾਰਨ ਕਰਦੇ ਆ ਰਹੇ ਹਾਂ। ਇੱਕ ਉਹ ਹੈ ਜਿਹਦੇ ਉਚਾਰਨ ਸਾਨੂੰ ਵਿਸ਼ੇਸ਼ ਰੂਪ 'ਚ ਕਰਨਾ ਪੈ ਰਿਹਾ ਹੈ। ਇਹ ਦੋ ਤਰ੍ਹਾਂ ਦੀ ਭਾਸ਼ਾ ਵਰਤੀ ਜਾ ਰਹੀ ਹੈ। ਤੋ ਇਹ ਭਾਸ਼ਾ ਦਾ ਇੱਕ ਅੰਤਮ ਸਰੂਪ ਜਿਹੜਾ ਹੈ ਸਾਡੇ ਸਾਹਮਣੇ ਆ ਜਾਏ, ਉਹਦੇ ਵਿੱਚ ਪੰਜਾਬ ਸਾਹਿਤ ਅਕੈਡਮੀ ਦੀ ਕੀ ਭੂਮਿਕਾ ਹੋ ਸਕਦੀ ਹੈ? ਵੇਖੋ, ਮੇਰੇ ਹਿਸਾਬ ਨਾਲ ਮਦਨਦੀਪ ਜੀ, ਅੰਤਮ ਕੁਝ ਨਹੀਂ ਹੁੰਦਾ, ਗਤੀਸ਼ੀਲ ਹੈ ਭਾਸ਼ਾ ਵੀ। ਔਰ ਜਿਵੇਂ ਜਿਵੇਂ ਅਸੀਂ ਦੁਨੀਆ ਦੇ ਵਿੱਚ ਹੁਣ ਕਹਿ ਲਓ ਵਿਸ਼ਵੀਕਰਨ ਆ, ਜਾਂ ਜਿਵੇਂ ਜਿਵੇਂ ਹੁਣ ਅਸੀਂ ਕਰੋਨਾ ਨੂੰ ਜੇ ਕਰੋਨਾ ਕਹਿੰਦੇ ਆ ਤਾਂ ਇਹਦਾ ਪੰਜਾਬੀ ਦੇ ਵਿੱਚ ਸ਼ਬਦ ਕੁਝ ਵੀ ਕਵਾਂਗੇ ਤਾਂ ਉਹ ਔਖਾ ਹੋ ਜਾਂਦਾ। ਸੋ ਸਰਲਤਾ ਤਾਂ ਹੋਣੀ ਚਾਹੀਦੀ ਆ। ਪਰ ਇਹ ਇੱਥੇ ਮੈਨੂੰ ਲੱਗਦਾ ਹੁੰਦਾ ਕਿ ਰਾਜਨੀਤੀਕਰਨ ਜਿਹੜਾ ਨਾ ਉਹ ਹਾਵੀ ਹੈ ਸਾਡੇ ਅਦਾਰਿਆਂ ਦੇ ਵਿੱਚ। ਚਾਹੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਆ, ਚਾਹੇ ਉਹ ਡਿਪਾਰਟਮੈਂਟ ਨੇ ਪੰਜਾਬੀ ਨੂੰ ਸੰਬੰਧਿਤ, ਚਾਹੇ ਉਹ ਕੁਝ ਵੀ ਕਹਿ ਲਓ ਕਿ ਉੱਥੇ ਇਹ ਰਾਜਨੀਤੀ ਬਹੁਤ ਜ਼ਿਆਦਾ ਹਾਵੀ ਹੈ। ਉਰਦੂ ਦਾ ਉਚਾਰਨ ਜਿਹੜਾ ਹੈਗਾ ਉਹਨੂੰ ਉਹਦੇ ਨਾਲੋਂ ਤੋੜ ਕੇ ਪੰਜਾਬੀ ਦਾ ਉਚਾਰਨ ਬਣਾਉਣਾ ਜਿਹੜਾ ਜਬਰੀ ਹੈ, ਇਹਦੇ ਵਿੱਚ ਵੀ ਤੁਹਾਡੀ ਗੱਲ ਠੀਕ ਹੈ। ਮੈਨੂੰ ਵੀ ਕਿਤੇ ਨਾ ਕਿਤੇ ਰਾਜਨੀਤੀ ਹੀ ਦਿਖਦੀ ਹੈ ਜੀ। ਤੇ ਜੇਕਰ ਸੁਹਿਰਦ ਹੋ ਕੇ ਮੈਨੂੰ ਲੱਗਦਾ ਕੰਮ ਕਰਾਂਗੇ ਤਾਂ ਉਹ ਹੁੰਦਾ ਹੈ। ਜਿਵੇਂ ਹੁਣ ਅਸੀਂ ਵਿਦਿਆਰਥੀਆਂ ਨੂੰ ਕਹਿੰਦੇ ਆ ਕਿ 20 ਕਿਤਾਬਾਂ ਲਾਇਬ੍ਰੇਰੀ ਦੀਆਂ ਨੇ, ਸਾਰਿਆਂ ਨੂੰ ਵੰਡਤੀਆਂ, ਬੇਟਾ ਪੜ੍ਹੋ, ਤੇ ਪੜ੍ਹ ਕੇ ਫਿਰ ਆਪਾਂ ਇੱਕ ਦਿਨ ਇਹਦੇ ਤੇ ਗੱਲਬਾਤ ਕਰਾਂਗੇ। ਸੋ ਵਿਦਿਆਰਥੀ ਪੜ੍ਹਦੇ ਨੇ ਜਦੋਂ, ਤੇ ਫਿਰ ਉਹਦੇ ਬਾਰੇ ਗੱਲ ਕਰਦੇ ਨੇ, ਤਾਂ ਇੱਕ ਵਿਦਿਆਰਥੀ ਨੂੰ 20 ਕਿਤਾਬਾਂ ਬਾਰੇ ਗੱਲ ਪਤਾ ਲੱਗਦੀ ਆ। ਉਸ ਵੇਲੇ ਜਦੋਂ ਬੋਲਦੇ ਨੇ ਤਾਂ ਉਹਨਾਂ ਦਾ ਉਚਾਰਨ ਸ਼ੁੱਧ ਹੋਵੇ, ਜਦੋਂ ਉਹ ਲਿਖਦੇ ਨੇ ਤਾਂ ਉਹਨਾਂ ਦੀ ਲਿਖਤ ਸੋਹਣੀ ਹੋਵੇ, ਗਲਤੀਆਂ ਰਹਿਤ ਹੋਵੇ। ਸੋ ਇਹ ਕੋਸ਼ਿਸ਼ ਸਾਡੀ ਹੁੰਦੀ ਹੈ। ਜਿਹੜਾ ਪੈਰੋਂ ਬਿੰਦੀਆਂ ਉਡਾਉਣ ਦਾ ਸਿਲਸਿਲਾ ਆ, ਇਹ ਤਾਂ ਹਰਗਜ਼ ਠੀਕ ਨਹੀਂ ਹੈਗਾ। ਜੇ ਤੁਸੀਂ ਮੰਨ ਲਓ ਸ਼ਮਾ ਲਿਖਣਾ ਹੈ, ਜੇ ਤੁਹਾਨੂੰ ਇਹ ਦੇਖਣਾ ਪਏਗਾ ਵੀ ਇੱਥੇ ਸੱਸੇ ਪਰ ਬਿੰਦੀ ਪਾਉਣੀ ਹੈ, ਤੇ ਜੇ ਤੁਸੀਂ ਨਹੀਂ ਪਾਓਗੇ ਤਾਂ ਸਮਾਂ ਬਣ ਜਾਏਗਾ। ਨਹੀਂ, ਇਹ ਤੇ ਦੇਖੋ ਜਿਵੇਂ ਉਹ ਕਹਿੰਦੇ ਹੁੰਦੇ, ਬੜਾ ਸੌਖਾ ਜਿਹਾ ਮੈਂ ਬੱਚਿਆਂ ਨੂੰ ਵੀ ਕਹਿੰਦੀ ਹੁੰਦੀ ਹਾਂ ਕਿ ਜਿਹਾ ਬੋਲੋ ਤਿਹਾ ਲਿਖੋ। ਵੀ ਜੇ ਸ਼ਮਾ ਬੋਲਣਾ ਹੈ ਤੇ ਪੈਰ 'ਚ ਬਿੰਦੀ ਪੈਣੀ ਆ, ਤੇ ਜੇ ਸਮਾਂ ਬੋਲੋਗੇ ਤਾਂ ਫਿਰ ਪੈਰ 'ਚ ਬਿੰਦੀ ਨਹੀਂ ਪੈਣੀ। ਸੋ ਜਿੱਦਾਂ ਤੁਸੀਂ ਬੋਲਣ ਦਾ, ਉਹੀ ਮੈਂ ਕਹਿੰਦੀ ਨਾ, ਉਚਾਰਨ ਤੇ ਲੇਖਣ ਦਾ ਸੰਬੰਧ ਜਿਹੜਾ ਬਹੁਤ ਡੂੰਘਾ। ਸੋ ਸ਼ਮਾ ਤੇ ਸਮਾਂ ਦਾ ਇਹ ਜਿਹੜਾ ਅੰਤਰ ਹੈ, ਇਹ ਸਾਨੂੰ ਪਤਾ ਹੋਣਾ ਚਾਹੀਦਾ। ਸੋ ਇਹ ਜਿਹੜਾ ਭਾਸ਼ਾ ਦਾ ਮਾਮਲਾ ਹੈ, ਇਹ ਕਾਫੀ ਸਮੇਂ ਦੀ ਮੰਗ ਵੀ ਕਰਦਾ ਔਰ ਕਾਫੀ ਮਿਹਨਤ ਦੀ ਮੰਗ ਵੀ ਕਰਦਾ ਹੈ, ਔਰ ਬਹਿਸ ਦਾ ਤੇ ਰਾਜਨੀਤੀ ਦਾ ਮੁੱਦਾ ਵੀ ਹੋ ਜਾਂਦਾ ਹੈ। ਤੁਹਾਡਾ ਸੂਖਮ ਸੁਭਾਅ ਹੈ, ਮੈਂ ਦੇਖਿਆ ਤੁਸੀਂ ਸ਼ਾਇਰ ਹੋ, ਤੁਸੀਂ ਲੇਖਕ ਹੋ, ਤੁਸੀਂ ਇਹਨਾਂ ਵਿਵਾਦਾਂ ਵਿੱਚ ਸ਼ਾਇਦ ਨਹੀਂ ਪੈਣਾ ਚਾਹੁੰਦੇ ਹੋਵੋਗੇ, ਪਰ ਜਦੋਂ ਤੁਸੀਂ ਐਜ਼ ਪ੍ਰਧਾਨ ਜਦੋਂ ਤੁਸੀਂ ਨਜ਼ਰ ਆਉਂਦੇ ਹੋ, ਤੁਸੀਂ ਪ੍ਰਧਾਨ ਦੀ ਜ਼ਿੰਮੇਵਾਰੀ ਜਦੋਂ ਬੈਠਦੇ ਹੋ, ਤਾਂ ਮੇਰਾ ਖਿਆਲ ਤੁਹਾਨੂੰ ਵਾਬਸਤਾ ਵੀ ਹੋਣਾ ਪੈਂਦਾ ਹੋਵੇਗਾ ਇਹਨਾਂ ਗੱਲਾਂ ਦੇ ਲਈ। ਪਰ ਜਿਹੜੀ ਪੰਜਾਬ ਸਾਹਿਤ ਅਕੈਡਮੀ ਹੈ, ਉਹਦਾ ਜਿਹੜਾ ਮੁੱਖ ਕਾਰਜ ਹੈ, ਉਹਦੇ ਕਾਰਜ ਦੇ ਵਿੱਚ ਕਿਹੜੇ ਕਿਹੜੇ ਕੰਮ ਆਉਂਦੇ ਆ, ਥੋੜ੍ਹਾ ਜਿਹਾ ਜੇ ਤੁਸੀਂ ਸਾਨੂੰ ਜਾਂਦੇ ਜਾਂਦੇ ਦੱਸ ਸਕੋ ਤਾਂ। ਸਾਰੇ ਹੀ ਜੀ, ਭਾਸ਼ਾ ਦੀ ਤੇ ਸਾਹਿਤ ਦੀ ਕਹਿ ਲਓ ਕਿ, ਔਰ ਸਾਹਿਤ ਨੂੰ ਸਮਾਜ ਨਾਲ ਜੋੜਨਾ, ਸਮਾਜ ਦੀ ਗੱਲ ਕਰਨੀ ਔਰ ਦਿਆਨਤਦਾਰੀ ਨਾਲ ਕਰਨੀ, ਇਹ ਸਾਰੀਆਂ ਗੱਲਾਂ ਇਹਦੇ ਖੇਤਰ ਦੇ ਵਿੱਚ ਆਉਂਦੀਆਂ। ਇਹ ਸਾਰੇ ਕਾਰਜ ਨੇਪਰੇ ਚਾੜਨ ਵਾਸਤੇ ਜੇ ਤੁਸੀਂ ਬਜਟ ਦੀ ਜੇ ਤੁਸੀਂ ਮੰਗ ਰੱਖੋ ਕੈਮਰੇ ਦੇ ਸਾਹਮਣੇ, ਤਾਂ ਜਿਹੜਾ ਤੁਹਾਨੂੰ ਹੁਣ ਬਜਟ ਮਿਲ ਰਿਹਾ ਆ, ਇਹਦੇ ਨਾਲੋਂ ਹੋਰ ਵੱਧ ਕਿੰਨੇ ਕੁ ਬਜਟ ਦੀ ਲੋੜ ਹੋ ਸਕਦੀ ਹੈ? ਵੇਖੋ, ਜਿਹੜਾ ਪਿਛਲਾ ਸੀ ਉਦੋਂ 3 ਕਰੋੜ ਦਾ ਬਜਟ ਸੀਗਾ,
ਤੇ ਮੈਨੂੰ ਲੱਗਦਾ ਕਿ ਜਿਵੇਂ ਪੰਜਾਬੀ ਅਕਾਦਮੀ ਦਿੱਲੀ ਆ ਉਹਨਾਂ ਦਾ ਪੱਕਾ ਹੀ ਜਿਹੜਾ ਬਜਟ ਹੁੰਦਾ ਆ ਸੋ ਜੇਕਰ ਉਸੇ ਤਰ੍ਹਾਂ ਉਹਨਾਂ ਦਾ ਕੋਈ ਕਿੰਨਾ ਕੁ ਬਜਟ ਹੁੰਦਾ ਹੈ? ਮੈਨੂੰ ਤਾਂ ਨਹੀਂ ਪਤਾ ਪਰ ਉਹਨਾਂ ਦਾ ਕਾਫੀ ਜ਼ਿਆਦਾ ਬਜਟ ਹੁੰਦਾ ਹੈ, ਕਰੋੜਸ ਦੇ ਵਿੱਚ ਹੁੰਦਾ ਆ ਔਰ ਪਰ ਸਾਲ ਮੇਰੇ ਖਿਆਲ ਮੇਬੀ 25 ਕਰੋੜ ਜਾਂ ਕੁਛ ਏਦਾਂ। ਤੇ ਉਸ ਹਿਸਾਬ ਦੇ ਨਾਲ ਜੇਕਰ ਇੱਕ ਪੱਕਾ ਬਜਟ ਹੋਵੇ ਤਾਂ ਫਿਰ ਤੁਸੀਂ ਆਪਣੇ ਪ੍ਰੋਗਰਾਮ ਜਿਹੜੇ ਨੇ ਉਹਨਾਂ ਨੂੰ ਪਹਿਲਾਂ ਹੀ ਉਲੀਕ ਸਕਦੇ ਹੋ ਤਾਂ ਫਿਰ ਉਹਨਾਂ ਦੀ ਇੰਪਲੀਮੈਂਟੇਸ਼ਨ ਬੜੇ ਆਰਾਮ ਨਾਲ ਹੋ ਜਾਂਦੀ ਹੈ। ਜੇ ਸਾਨੂੰ ਪਤਾ ਹੀ ਨਹੀਂਗਾ ਕਿ ਪੈਸੇ ਕਿੰਨੇ ਕੁ ਹੋਣਗੇ ਤਾਂ ਉਹਦੇ ਹਿਸਾਬ ਦੇ ਨਾਲ ਫਿਰ ਪ੍ਰੋਗਰਾਮ ਹੱਥ ਘੁੱਟ ਕੇ ਚੱਲਣਾ ਪੈਂਦਾ ਤੇ ਉਹਦੇ ਨਾਲ ਖਾਸਾ ਨੁਕਸਾਨ ਵੀ ਹੁੰਦਾ ਹੈ। ਵੈਸੇ ਵੀ ਔਰਤਾਂ ਦੀ ਆਦਤ ਹੁੰਦੀ ਹੈ ਹੱਥ ਘੁੱਟ ਕੇ ਚੱਲਦੀ ਹੈ। ਬਿਲਕੁਲ ਠੀਕ ਹੈ ਜੀ। ਇੱਕ ਹੋਰ ਮੇਰੀ ਰੀਝ ਹੈਗੀ ਆ, ਮੈਂ ਕਹਿਣਾ ਚਾਹਾਂਗੀ, ਉਹ ਹੈ ਕ੍ਰੀਏਟਿਵ ਰਾਈਟਿੰਗ। ਕਿ ਸਾਡੇ ਇੱਥੇ ਕਿਤੇ ਵੀ ਪੰਜਾਬ ਦੇ ਵਿੱਚ ਵੀ ਖਾਸ ਕਰਕੇ ਜਿਹੜਾ ਹੈਗਾ ਲੇਖਣ ਸਿਖਾਉਣਾ, ਲਿਖਣਾ ਕਿਵੇਂ ਆ, ਕ੍ਰੀਏਟਿਵ ਰਾਈਟਿੰਗ, ਕਹਾਣੀ ਕਵਿਤਾ ਕਿਵੇਂ ਸਿਖਾਉਣੀ ਆ, ਉਹਦੇ ਬਾਰੇ ਕੋਈ ਉਹ ਨਹੀਂ ਹੈਗਾ। ਇਹ ਪ੍ਰੋਗਰਾਮ ਚਲਾਉਣਾ ਚਾਹੁੰਦੇ ਹੋ ਜੀ? ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਕ ਡਿਪਲੋਮਾ 1 ਸਾਲ ਦਾ ਬਣਾਇਆ। ਇਹ ਡਿਪਲੋਮਾ ਮੇਰੇ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਦੇ ਵਿੱਚ ਇਸ ਸਾਲ ਸ਼ੁਰੂ ਹੋਇਆ ਤੇ ਇਸ ਨੂੰ ਹੋਰ ਵਿਸਥਾਰ ਦੇ ਨਾਲ ਮੈਂ ਚਾਹਾਂਗੀ ਕਿ ਅਸੀਂ ਅਕਾਦਮੀ ਵੱਲੋਂ ਇਹ ਪ੍ਰੋਗਰਾਮ ਹੋਵੇ ਤਾਂ ਕਿ ਸਾਡੇ ਬੱਚੇ ਜਿਹੜੇ ਨੇ ਉਹ ਵਧੀਆ ਲਿਖ ਸਕਣ ਤੇ ਮਿਆਰੀ ਲਿਖ ਸਕਣ ਔਰ ਉਹਨਾਂ ਨੂੰ ਕਲਾਸਿਕ ਸਾਹਿਤ ਪੜ੍ਹਨ ਦੇ ਨਾਲ ਨਾਲ ਆਪਣੇ ਨਾਲ ਜੋੜ ਕੇ ਆਪਣੀਆਂ ਸਥਿਤੀਆਂ ਪ੍ਰਸਥਿਤੀਆਂ ਅਨੁਸਾਰ ਉਹ ਲਿਖ ਸਕਣ। ਸੋ ਇਹ ਮੇਰੀ ਰੀਝ ਹੋਊਗੀ। ਬਹੁਤ ਅੱਛੀ ਗੱਲ ਹੈ। ਸੋ ਸਮਾਂ ਸਮਾਪਤ ਹੋ ਗਿਆ, ਗੱਲਾਂ ਹੋਰ ਵੀ ਬਹੁਤ ਕਰਨ ਨੂੰ ਜੀ ਕਰਦਾ ਸੀ। ਤੁਸੀਂ ਬਹੁਤ ਬੇਬਾਕੀ ਨਾਲ ਗੱਲਬਾਤ ਕੀਤੀ ਹੈ ਔਰ ਕਿਸੇ ਤਰ੍ਹਾਂ ਦਾ ਕੋਈ ਓਹਲਾ ਨਹੀਂ ਰੱਖਿਆ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਡਮ ਸਰਬਜੀਤ ਕੌਰ ਸੋਹਲ ਜੀ, ਔਰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ।